ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ੍ਹ ਗਏ। ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ੍ਹ ਗਏ। ਚਿੰਤਾ ਉਦਾਸੀ ਲੋਕੋ ਕਿਹਨੂੰ ਆਖਦੇ ਸਾਨੂੰ ਸਭ ਭੁੱਲ ਗਏ। ਭੁਪਿੰਦਰ ਭਾਰਤ ਦਾ ਜੋ ਨਾਮਾ ਜ਼ਿੰਦਗੀ ਫਿਨਲੈਂਡੋਂ ਬੋਲਦਾ। ਜ਼ਿੰਦਗੀ 'ਚ ਨਿੱਤ ਦਿਨ ਕੀ ਵਾਪਰੇ ਉਹ ਭੇਦ ਖੋਲ੍ਹਦਾ। ਉਹਦੇ ਨਾਲ ਸੁਣ ਕੇ ਵਿਦੇਸ਼ਾ ਸਾਹਿਬ ਨੂੰ ਨਿੱਕ ਪਾਠ ਖੁੱਲ੍ਹ ਗਏ। ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ੍ਹ ਗਏ। ਸੁਣੋਗੇ ਠਾਕ ਕੇ ਤੁਸੀਂ ਜਾਣ ਜਾਵੋਗੇ ਲੈ ਵੀ ਸ਼ਮੀ ਆ ਗਿਆ। ਸੁਣੋਗੇ ਠਾਕ ਕੇ ਤੁਸੀਂ ਜਾਣ ਜਾਵੋਗੇ ਲੈ ਵੀ ਸ਼ਮੀ ਆ ਗਿਆ। ਮਿੱਤਰਾਂ ਨੂੰ ਨਾਲ ਲੈ ਕੇ ਲਾਉਂਦਾ ਮਹਿਫਲਾਂ ਦਿਲਾਂ 'ਤੇ ਛਾ ਗਿਆ। ਉਹਦੇ ਜਿਹੇ ਹਾਸੇ ਨਾ ਕਿਤੋਂ ਵੀ ਲੱਭ ਦੇ ਜਾਓ ਗੁਲਾਬ ਫੁੱਲ ਦੇ। ਫੇਰ ਸਾਡੇ ਆਉਂਦੇ ਨੇਗੇ ਸਾਹ ਵੀਸਲਾ ਜਿਹੜੇ ਐਲੇ ਵਸਦੇ। ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਣੇ ਦੇ ਸਾਨੂੰ ਭੇਤ ਦੱਸਦੇ। ਵਿੱਚੋਂ ਵਿੱਚ ਆ ਕੇ ਉਹ ਦੇਣੋਂ ਹੌਸਲਾ ਕਦੇ ਨਾ ਭੁੱਲਦੇ। ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ੍ਹ ਗਏ। ਕਹਿੰਦੇ ਸੈਂਕੜੇ ਹਜ਼ਾਰਾਂ ਨੇ ਸਰੋਤੇ ਸਾਡੜੇ ਦੂਰੋਂ ਦੂਰੋਂ ਬੋਲਦੇ। ਰੇਡੀਓ ਤਰੰਗਾਂ ਆਉਣ ਜਾਣ ਵਾਲੀਆਂ ਦੇ ਵਿੱਚ ਪਿਆਰ ਘੋਲਦੇ। ਇਹ ਨੇ ਪਿਆਰੇ ਸਾਨੂੰ ਬੇਸ਼ਕੀਮਤੀ ਹੀਰਿਆਂ ਦੇ ਤੁੱਲਦੇ। ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ੍ਹ ਗਏ। ਚਿੰਤਾ ਉਦਾਸੀ ਲੋਕੋ ਕਿਹਨੂੰ ਆਖਦੇ ਸਾਨੂੰ ਸਭ ਭੁੱਲ ਗਏ। ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ੍ਹ ਗਏ। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਚੱਲ ਰਿਹਾ ਜ਼ਿੰਦਗੀਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ। ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਅੱਗੇ ਸ਼ੁਰੂ ਕਰਦੇ ਹਾਂ। ਉਮੀਦ ਹੈ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਸਹੀ ਤਰੀਕੇ ਦੇ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਧਰਮ ਦੀ, ਸਿਆਸਤ ਦੀ, ਵਿਰਾਸਤ ਦੀ ਤੇ ਧਨ ਦੌਲਤ ਤੇ ਹੋਰ ਜਿਹੜੀਆਂ ਆਲੇ ਦੁਆਲੇ ਦੀਆਂ ਚੀਜ਼ਾਂ ਨੇ ਤੇ ਕੁਦਰਤ ਦੀ ਤੇ ਨਾਲ ਦੀ ਨਾਲ ਗੋਡ ਦੀ। ਤੇ ਲਓ ਦੋਸਤੋ, ਸਟੂਡੀਓ ਦਾ ਨੰਬਰ +358 44 976 1962 ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਇੱਥੋਂ ਆਪਾਂ ਕਰਦੇ ਹਾਂ ਸ਼ੁਰੂ। ਹੁਣ ਓਸ਼ੋ ਦੀ ਗੱਲਬਾਤ। ਓਸ਼ੋ ਦੀ ਗੱਲਬਾਤ ਤੁਹਾਡੇ ਲਈ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਸ਼ੁਰੂ ਕੀਤੀ ਹੈ। ਜਿਹੜਾ ਪੰਨੂ ਹੋਣਾ ਨੇ ਇਸ ਦਾ ਜਿਹੜਾ ਅਨੁਵਾਦ ਜਿਹੜਾ ਪੰਜਾਬੀ ਦੇ ਵਿੱਚ ਕੀਤਾ। ਓਸ਼ੋ ਦੀ ਗੱਲਬਾਤ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਸੀ ਜਿਹੜੀਆਂ ਉਹਦੀਆਂ ਮਨਪਸੰਦ ਕਿਤਾਬਾਂ ਦੇ ਵਿੱਚੋਂ। ਡਾਕਟਰ ਹਰਪਾਲ ਸਿੰਘ ਪੰਨੂ ਹੋਣਾ ਨੇ ਇਸ ਦਾ ਅਨੁਵਾਦ ਕੀਤਾ ਅਤੇ ਇਸ ਦੇ ਵਿੱਚੋਂ ਤੁਹਾਨੂੰ ਜਿਹੜੀ ਅਗਲੀ ਗੱਲਬਾਤ ਸੁਣਾਉਂਦੇ ਹਾਂ। ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦਾ ਜਿਹੜਾ ਜ਼ਿਕਰ ਕੀਤਾ ਆਪਾਂ ਪਿਛਲੇ ਲੜੀਵਾਰ ਦੇ ਵਿੱਚ। ਅਤੇ ਅਗਲਾ ਜਿਹੜਾ ਇਸ ਦਾ 6ਵਾਂ ਅਧਿਆਇ ਹੈ ਉਸ ਦਾ ਜ਼ਿਕਰ ਕਰਦੇ ਹਾਂ ਸ਼ੁਰੂ। ਪਿਛਲੇ ਗੱਲਾਂ ਬਾਤਾਂ ਤੁਹਾਨੂੰ ਚੇਤੇ ਹੋਣਗੀਆਂ ਅਤੇ ਲੜੀ ਦੇ ਨਾਲ ਲੜੀ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਨੇ ਕਿ ਹੁਣ ਕੁਝ ਅੰਤਿਮ ਟਿੱਪਣੀਆਂ ਦੀ ਗੱਲ ਕਰਦੇ ਹਾਂ। ਪਿਛਲੀ ਬੈਠਕ ਦੇ ਵਿੱਚ ਜਦੋਂ ਮੈਂ ਕਿਹਾ ਸੀ ਕਿ ਹੁਣ ਸਮਾਪਤੀ ਹੋਈ ਹੈ, ਮੈਂ 50 ਕਿਤਾਬਾਂ ਦੀ ਲਿਸਟ ਤਿਆਰ ਕਰਨੀ ਸੀ। ਮੈਂ ਸੋਚਿਆ ਸੀ 50 ਦੀ ਗਿਣਤੀ ਕਾਫੀ ਹੁੰਦੀ ਹੈ। ਬੰਦੇ ਨੂੰ ਫੈਸਲੇ ਕਰਨੇ ਤਾਂ ਪੈਂਦੇ ਨੇ ਪਰ ਸਾਰੇ ਫੈਸਲੇ ਆਰਜੀ ਹੁੰਦੇ ਨੇ। ਬੰਦਾ ਜੋੜੇ ਪਲੀ ਜਿਹੜੀ ਪਲੀ ਹੁੰਦੀ ਸੀ ਨਾ ਪਹਿਲਾਂ ਸਰੋਂ ਦਾ, ਜਾਂ ਜਦੋਂ ਕੋਲੂ 'ਤੇ ਤੇਲ ਲੈ ਜਾਂਦੇ ਸੀ ਤਾਂ ਪਲੀ ਪਾਉਂਦੇ ਹੁੰਦੇ ਸੀ, ਜਾਂ ਡੱਬਾ ਅੱਧੇ ਲੀਟਰ ਦਾ ਹੁੰਦਾ ਸੀ ਤਾਂ 200 ਮਿਲੀਲੀਟਰ ਦਾ ਹੁੰਦਾ ਸੀ ਜਾਂ ਲੀਟਰ ਦਾ ਹੁੰਦਾ ਸੀ। ਇੱਦਾਂ ਇੱਕ ਪਲੀ ਹੁੰਦੀ ਸੀ ਉਹ ਕੜਛੀ ਦੇ ਰੂਪ ਦੇ ਵਿੱਚ। ਅਤੇ ਉਹਦੀ ਗੱਲ ਹੁੰਦੀ ਹੈ ਕਿ ਬੰਦਾ ਥੋੜ੍ਹਾ ਥੋੜ੍ਹਾ ਕਰਕੇ ਪਲੀ ਬੰਦਾ ਜੋੜੇ ਪਲੀ ਰੱਬ ਰੁੜੇ ਪੀਪਾ। ਬੰਦਾ ਜੋੜੇ ਪਲੀ ਰੱਬ ਰੁੜੇ ਪੀਪਾ। ਉਹ ਰੱਬ ਜਿਹੜਾ ਹੈ ਹੀ ਨਹੀਂ। ਜਿੱਦਾਂ ਪਿਛਲੀ ਵਾਰੀ ਉਹਨੇ ਕਿਹਾ ਸੀ ਤਵਾਰੀਖ ਦੇ ਵਿੱਚ, ਪੂਰੀ ਤਵਾਰੀਖ ਦੇ ਵਿੱਚ। ਅਤੇ ਜਦੋਂ ਮੈਂ ਕਿਹਾ ਲਿਸਟ ਪੂਰੀ ਹੋ ਗਈ, ਗੀਤ ਗੋਬਿੰਦ ਵਾਲਾ, ਜੈਦੇਵ, ਮੈਡਮ ਬਲਵਾਸਕੀ ਸਭ ਦੇ ਸਭ ਜਿਹੜੇ ਮੈਨੂੰ ਘੇਰੀ ਖਲੋਤੇ ਸਨ। ਖਿਸਕਣੇ ਸ਼ੁਰੂ ਹੋ ਗਏ ਇੱਕ ਕਰਕੇ। ਕਈਆਂ ਨੂੰ ਮੈਂ ਜਾਣਦਾ ਸਾਂ ਪਰ ਕਈਆਂ ਨੂੰ ਪਛਾਣ ਨਾ ਸਕਿਆ। ਮੇਰਾ ਐਲਾਨ ਸੁਣ ਕੇ ਕਿਰਨੇ ਸ਼ੁਰੂ ਹੋ ਗਏ ਸੀ, ਜਾਣੀ ਕਿ ਇੱਕ ਬੰਦਾ ਖਿਸਕਣਾ ਸ਼ੁਰੂ ਹੋ ਗਿਆ ਸੀ। ਮੇਰੀ ਖੁਸ਼ਕਿਸਮਤੀ ਮੈਨੂੰ ਈਸਾ ਦਾ ਕਥਨ ਸਮਝ ਆਉਣ ਲੱਗਾ। ਧਨ ਹਨ ਕਮਜ਼ੋਰ, ਰੱਬੀ ਬਾਦਸ਼ਾਹਤ ਉਹਨਾਂ ਦੇ ਹਿੱਸੇ ਆਏਗੀ। ਉਸਨੇ ਜਿਹੜਾ ਇਹ ਵੀ ਕਿਹਾ ਸੀ ਕਿ ਖੁਸ਼ਕਿਸਮਤ ਨੇ ਉਹ ਜਿਹੜੇ ਅਖੀਰ ਦੇ ਵਿੱਚ ਖਲੋਤੇ ਨੇ, ਦੂਰ ਜਿਹੜੇ ਖਲੋਤੇ ਰਹਿ ਗਏ। ਧੱਕਾ ਮੁੱਕੀ ਨਹੀਂ ਕਰਦੇ, ਖਰੂਦੀ ਨਹੀਂ, ਜਾਣੀ ਕਿ ਖਰੂਦ ਨਹੀਂ ਪਾਉਂਦੇ, ਖਲੋਤੇ ਉਡੀਕ ਰਹੇ ਨੇ। ਭੀੜ ਖਿਸਕ ਗਈ ਤਾਂ ਇਹ ਥੋੜ੍ਹੇ ਜਿਹੇ
ਸਬਰ ਸ਼ੁਕਰ ਵਾਲੇ ਬੰਦੇ ਨਜ਼ਰੀ ਪਏ ਨੇ। ਅਗਲੀ ਲਿਖਤ ਉਹਨਾਂ ਦੇ ਨਾਮ ਦੀ ਹੈ। ਮੈਨੂੰ ਖੁਦ ਤੇ ਇਤਬਾਰ ਨਹੀਂ ਆਇਆ ਜਦੋਂ ਮੈਂ ਦੇਖਿਆ ਬੁੱਧ ਤੇ ਧੰਮਪਦ ਦਾ ਜ਼ਿਕਰ ਨਹੀਂ ਕੀਤਾ ਗਿਆ। ਆਖਰੀ ਕਤਾਰ ਦੇ ਆਖਰੀ ਸਿਰੇ ਤੇ ਬੁੱਧ ਖਾਮੋਸ਼ ਬੈਠਾ ਰਿਹਾ। ਕਿਸੇ ਨੂੰ ਇੰਨਾ ਪਿਆਰ ਨਹੀਂ ਕੀਤਾ ਮੈਂ ਜਿੰਨਾ ਬੁੱਧ ਨੂੰ ਕੀਤਾ। ਆਪਣੀ ਸਾਰੀ ਜ਼ਿੰਦਗੀ ਮੈਂ ਉਸ ਬਾਰੇ ਜ਼ਿਕਰ ਕਰਦਾ ਆਇਆ। ਜਦੋਂ ਮੈਂ ਹੋਰਨਾਂ ਬਾਰੇ ਗੱਲਾਂ ਕਰਦਾ ਉਦੋਂ ਵੀ ਬੁੱਧ ਦੀਆਂ ਗੱਲਾਂ ਹੁੰਦੀਆਂ। ਧਿਆਨ ਦਿਓ, ਹੁਣ ਇਹ ਮੇਰਾ ਇਕਬਾਲੀਆ ਬਿਆਨ ਹੈ। ਈਸਾ ਮਸੀਹ ਬਾਰੇ ਗੱਲ ਨਹੀਂ ਕਰ ਸਕਦਾ ਜਦ ਤੱਕ ਬੁੱਧ ਦਾ ਜ਼ਿਕਰ ਨਹੀਂ ਹੁੰਦਾ ਨਾ। ਬੁੱਧ ਦੀ ਦਖਲ ਅੰਦਾਜ਼ੀ ਬਿਨਾਂ ਮੁਹੰਮਦ ਦਾ ਜ਼ਿਕਰ ਨਹੀਂ ਹੁੰਦਾ ਹੈ। ਬੁੱਧ ਦਾ ਜ਼ਿਕਰ ਸਿੱਧਾ ਕਰਾਂ ਜਾਂ ਕਿਸੇ ਹੋਰ ਨਾਮ ਦੇ ਨਾਲ ਕਰਾਂ, ਕੋਈ ਫਰਕ ਨਹੀਂ ਪੈਂਦਾ ਹੈ। ਬੁੱਧ ਦੇ ਧਿਆਨ ਬਗੈਰ ਗੱਲ ਕਰਨੀ ਅਸੰਭਵ ਹੈ। ਉਹ ਮੇਰਾ ਖੂਨ, ਹੱਡ, ਮਾਸ ਸਭ ਕੁਝ ਹੈ। ਮੇਰੀ ਖਾਮੋਸ਼ੀ, ਮੇਰੇ ਗੀਤ ਉਹ ਹੈ। ਇੱਥੇ ਬੈਠੇ ਨੂੰ ਮੈਂ ਉਸ ਨੂੰ ਦੇਖ ਲਿਆ ਸੀ। ਉਸ ਤੋਂ ਤਾਂ ਮੈਂ ਖਿਮਾ ਵੀ ਨਹੀਂ ਮੰਗਦਾ। ਉਹ ਖਿਮਾ ਵਰਗੀਆਂ ਰਸਮਾਂ ਤੋਂ ਪਾਰ ਹੈ, ਬਹੁਤ ਦੂਰ ਹੈ। ਧੰਮਪਦ ਸ਼ਬਦ ਦੇ ਮਾਇਨੇ ਹਨ ਸੱਚ ਦਾ ਰਸਤਾ, ਹੋਰ ਸ਼ੁੱਧ ਅਰਥ ਹਨ ਸੱਚ ਦੀਆਂ ਪੈੜਾਂ। ਤੁਹਾਨੂੰ ਇਸ ਵਿਚਲੀ ਜਿਹੜੀ ਗੜਬੜ ਦਾ ਪਤਾ ਲੱਗਾ ਹੈ ਕੁਝ? ਮਤਲਬ ਕਿ ਕੀ ਕਾਰਨ ਸੀ? ਆਉਣਾ ਜਾਣਾ, ਮੁਰਗਾਬੀ, ਉੱਡ ਚੁੱਕੇ ਪੱਤੇ, ਕਿਸੇ ਰਹਿਬਰ ਦੀ ਲੋੜ ਨਹੀਂ ਹੈ। ਸੱਚ ਅਰਥ ਹੈ ਕਿਧਰੇ ਪੈੜਾਂ ਨਹੀਂ, ਜਾਣੀ ਕਿ ਕਿਧਰੇ ਨਾਮੋ ਨਿਸ਼ਾਨ ਨਹੀਂ। ਆਕਾਸ਼ ਦੇ ਵਿੱਚ ਉੱਡਦੇ ਪਰਿੰਦਿਆਂ ਦੀਆਂ ਪੈੜਾਂ ਨਹੀਂ ਹੁੰਦੀਆਂ ਨੇ। ਬੁੱਧ ਅਸਮਾਨ ਦੇ ਵਿੱਚ ਉੱਡਦੇ ਪੰਛੀ ਹਨ। ਜਾਣੀ ਕਿ ਜਦੋਂ ਬੰਦਾ ਤੁਰਦਾ ਹੈ ਉਹ ਕਿਤੇ ਨਾ ਕਿਤੇ ਆਪਣੀ ਪੈੜ ਜਾਂ ਜ਼ਮੀਨ ਦੇ ਉੱਤੇ ਜਦੋਂ ਕੋਈ ਵੀ ਪੰਛੀ ਤੁਰਦਾ ਹੈ ਜਾਂ ਦੌੜਦਾ ਹੈ ਜਾਂ ਕੋਈ ਵੀ ਜਾਨਵਰ ਹੈ ਤਾਂ ਉਹਦੀਆਂ ਜਿਹੜੀਆਂ ਪਿੱਛੇ ਪੈਰਾਂ ਦੇ ਨਿਸ਼ਾਨ ਰਹਿ ਜਾਂਦੇ ਨੇ। ਪਰ ਜਦੋਂ ਆਕਾਸ਼ ਦੇ ਵਿੱਚ ਪੰਛੀ ਉੱਡਦੇ ਨੇ ਉਹ ਆਪਣੀਆਂ ਪੈੜਾਂ ਨਹੀਂ ਛੱਡਦੇ ਆ। ਚਾਹੇ ਉਹ ਜਹਾਜ਼ ਵੀ ਆ ਉੱਡਦਾ ਤਾਂ ਉਹ ਵੀ ਆਪਣੀ ਪੈੜ ਜ਼ਰੂਰ ਛੱਡ ਜਾਂਦਾ ਹੈ, ਕਿਉਂਕਿ ਉਹ ਜਿਹੜੀਆਂ ਗੈਸਾਂ ਨਿਕਲਦੀਆਂ ਨੇ ਕਿਤੇ ਨਾ ਕਿਤੇ। ਪਰ ਪੰਛੀਆਂ ਦਾ ਕੋਈ ਧੂੰਆਂ ਜਿਹੜਾ ਜਾਂ ਪੰਛੀਆਂ ਦੀ ਕੋਈ ਪੈੜ ਜਿਹੜੀ ਅਸਮਾਨ ਦੇ ਵਿੱਚ ਨਜ਼ਰ ਨਹੀਂ ਆਉਂਦੀ। ਬੁੱਧ ਹਮੇਸ਼ਾ ਆਤਮ ਵਿਰੋਧੀ ਕਥਨ ਕਰਿਆ ਕਰਦੇ ਨੇ। ਇਹੋ ਬੜੀ ਪਿਆਰੀ ਗੱਲ ਹੈ ਕਿ ਆਖਰ ਬੋਲਦੇ ਤਾਂ ਨੇ। ਆਪਾ ਵਿਰੋਧੀ ਕਥਨ ਬਗੈਰ ਉਹ ਬੋਲ ਨਹੀਂ ਸਕਦੇ ਨੇ। ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਸੱਚ ਬੋਲਣਾ ਆਪਣੇ ਆਪ ਵਿਰੁੱਧ ਬੋਲਣਾ ਹੁੰਦਾ ਹੈ, ਨਾ ਬੋਲਣਾ ਵੀ ਆਪਾ ਵਿਰੋਧੀ ਹੁੰਦਾ ਹੈ। ਜਦੋਂ ਤੁਸੀਂ ਚੁੱਪ ਰਹਿਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਦੋਂ ਤੁਹਾਡੀ ਖਾਮੋਸ਼ੀ ਵੀ ਕੋਈ ਸੁਨੇਹਾ ਦਿੰਦੀ ਹੈ। ਸ਼ਬਦ ਨਹੀਂ ਤਾਂ ਨਾ ਸਹੀ, ਸੁਨੇਹਾ ਤਾਂ ਜਾ ਰਿਹਾ ਹੁੰਦਾ ਹੈ ਨਾ। ਆਪਣੇ ਸਭ ਤੋਂ ਮਹਾਨ ਗ੍ਰੰਥ ਦਾ ਨਾਮ ਬੁੱਧ ਦੇ ਧੰਮਪਦ ਰੱਖਿਆ, ਜਿਸ ਦੇ ਵਿੱਚ ਗੜਬੜਾਂ ਹੀ ਗੜਬੜਾਂ ਨੇ। ਉਸ ਤੋਂ ਵਧੇਕ ਗਲਤੀਆਂ ਮੈਥੋਂ ਸਿਵਾ ਹੋਰ ਕੋਈ ਨਹੀਂ ਕਰ ਸਕਦਾ। ਮੈਥੋਂ ਹਾਰ ਕੇ ਉਹ ਖੁਸ਼ ਹੋਵੇਗਾ ਤੇ ਯਕੀਨਨ ਜਿਵੇਂ ਕਦੀ ਕਦਾਈ ਪਿਤਾ ਆਪਣੇ ਬੱਚੇ ਦੇ ਨਾਲ ਖੇਡਦਿਆਂ ਹਾਰ ਕੇ ਖੁਸ਼ ਹੁੰਦਾ ਹੈ ਨਾ। ਪਿਤਾ ਨੂੰ ਕੁਸ਼ਤੀ ਦੇ ਵਿੱਚ ਢਾਹ ਕੇ ਜਿਹੜਾ ਵਿਜੇ ਜਾਣੀ ਕਿ ਜਿੱਤ ਬੱਚਾ ਉਸਦੀ ਛਾਤੀ 'ਤੇ ਚੜ੍ਹਿਆ ਬੈਠਾ ਹੈ, ਪਿਤਾ ਨੇ ਉਸ ਨੂੰ ਜਿੱਤਣ ਦੀ ਆਗਿਆ ਦੇ ਦਿੱਤੀ ਹੈ। ਬੁੱਧਾਂ ਨੂੰ ਜਿਹੜੇ ਬੰਦੇ ਪਿਆਰ ਕਰਦੇ ਨੇ, ਬੁੱਧ ਉਹਨਾਂ ਤੋਂ ਹਾਰ ਕੇ ਖੁਸ਼ ਹੁੰਦੇ ਨੇ। ਮੇਰੇ ਚੇਲੇ ਮੈਨੂੰ ਹਰਾ ਦੇਣ ਆਗਿਆ ਹੈ, ਮੇਰੇ ਤੋਂ ਅੱਗੇ ਨਿਕਲ ਜਾਣ। ਤੁਹਾਡਾ ਚੇਲਾ ਤੁਹਾਡੇ ਤੋਂ ਉਚੇਰੀ ਅਵਸਥਾ ਉੱਪਰ ਜਾ ਪੁੱਜੇ, ਇਸ ਤੋਂ ਵਧੇਕ ਮੰਗਲਮਈ ਹੋਰ ਕੀ ਹੋ ਸਕਦਾ। ਪਰ ਸਾਡੇ ਲੋਕਾਂ ਦੇ ਵਿੱਚ ਇਹ ਵੱਖਰੀ ਚੀਜ਼ ਹੈ ਕਿ ਕਹਿੰਦੇ ਵੀ ਸਾਡੇ ਤੋਂ ਉੱਪਰ ਕਿੱਦਾਂ ਕੋਈ ਨਿਕਲ ਜਾਵੇ, ਇੱਕ ਦੂਸਰੇ ਦੀਆਂ ਲੱਤਾਂ ਤੱਕ ਖਿੱਚਣੀਆਂ ਨੇ ਅਤੇ ਇਹ ਸਾਡੇ ਮਹਾਨਤਾ ਚੀਜ਼ ਹੈ। ਪਰ ਹੋਰ ਵੱਖਰੇ ਵੱਖਰੇ ਲੋਕ ਵੱਖਰੀਆਂ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਮੰਨਦੇ ਨੇ। ਬੁੱਧ ਧੰਮਪਦ ਨਾਮ ਰੱਖ ਕੇ ਦੱਸ ਰਿਹਾ ਹੈ ਕਿ ਕੀ ਕਰੇਗਾ। ਉਹ ਬੋਲ ਨੂੰ ਬੋਲ ਦੇਗਾ ਅਤੇ ਅਕਹਿ ਨੂੰ ਕਹੇਗਾ, ਅਕਥ ਦਾ ਕਥਨ ਕਰੇਗਾ। ਅਕਥ ਦੀ ਕਥਾ ਜਿਹੜੀ ਹੈ ਉਸਨੇ ਅਜਿਹੀ ਖੂਬਸੂਰਤੀ ਦੇ ਨਾਲ ਕੀਤੀ ਕਿ ਧੰਮਪਦ ਐਵਰੈਸਟ ਹੋ ਗਿਆ, ਜਾਣੀ ਕਿ ਇੱਕ ਪਹਾੜੀ ਦੀ ਤਰ੍ਹਾਂ ਬਣ ਗਿਆ, ਬਹੁਤ ਉੱਚਾ ਪਰਬਤ ਬਣ ਗਿਆ। ਪਰਬਤ ਦਰ ਪਰਬਤ ਮੌਜੂਦ ਹਨ, ਪਰ ਐਵਰੈਸਟ ਤੋਂ ਉੱਚਾ ਕੋਈ ਵੀ ਨਹੀਂ ਹੈ। ਮੈਂ ਬੁੱਧ ਨੂੰ ਆਸਣ 'ਤੇ ਬੈਠਿਆ ਦੇਖਿਆ, ਮੈਂ ਹੋਰਾਂ ਨੂੰ ਵੀ ਦੇਖਿਆ, ਪਰ ਬਹੁਤ ਪਿਆਰਿਆਂ, ਸੋਹਣੀਆਂ ਅਤੇ ਨਾਜ਼ੁਕ ਲੋਕਾਂ ਨੂੰ ਜਿਹੜੇ ਬਲਵਾਸਕੀ ਵਾਂਗ ਪੈਰ ਪਟਕਦੇ ਚਿਕਦੇ ਨਹੀਂ, ਇਹ ਨਹੀਂ ਨੇ ਉਹ।
ਕਹਿੰਦੇ ਹੈ ਮੈਨੂੰ ਆਉਣ ਦਿਓ। ਮਹਾਵੀਰ ਨੂੰ ਨਿਰਵਸਤਰ ਦੇਖਿਆ, ਸੱਚ ਨੰਗਾ ਹੁੰਦਾ ਹੈ। ਖਾਮੋਸ਼ ਖਲੋਤਾ ਗ੍ਰੰਥ ਉਸਦੇ ਕੋਲ ਨਹੀਂ, ਉਸਦੇ ਚੇਲਿਆਂ ਦੇ ਕੋਲ ਸੀ। ਦੂਜਾ ਗ੍ਰੰਥ ਜਿੰਨ ਸੂਤਰ, ਵਿਜੇਤਾ ਦੇ ਸੂਤਰ। ਸੋਹਣਾ ਲਫ਼ਜ਼ ਹੈ ਜਿੰਨ। ਇਸ ਦਾ ਮਾਇਨਾ ਵਿਜੇਤਾ ਜਾਣੀ ਕਿ ਜਿੱਤਣ ਵਾਲਾ। ਵਿਜੇਤਾ ਹੈ ਜਿਸ ਨੇ ਆਪਣੇ ਆਪ ਨੂੰ ਜਿੱਤ ਲਿਆ। ਇਹਨਾਂ ਸੂਤਰਾਂ ਬਾਰੇ ਮੈਂ ਕਈ ਜਿਲਦਾਂ ਦੇ ਵਿੱਚ ਗੱਲਾਂ ਕੀਤੀਆਂ ਨੇ, ਪਰ ਅੰਗਰੇਜ਼ੀ ਦੇ ਵਿੱਚ ਅਨੁਵਾਦ ਨਹੀਂ ਹੋਏ ਨੇ। ਇੱਕ ਗੱਲ ਕਹਿਣੀ ਜ਼ਰੂਰੀ ਹੈ, ਜਿੰਨ ਸੂਤਰ ਨੂੰ ਮੈਂ ਲਿਖਤ ਦੇ ਅਖੀਰ ਦੇ ਵਿੱਚ ਰੱਖਿਆ। ਮਹਾਵੀਰ ਜਿੰਨਾ ਹੀ ਖਾਮੋਸ਼ ਕੋਈ ਨਹੀਂ ਹੈ, ਜਾਣੀ ਕਿ ਉਹਦੇ ਜਿੰਨਾ ਕੋਈ ਵੀ ਖਾਮੋਸ਼ ਨਹੀਂ ਹੈ। ਨਿਰਵਸਤਰ ਕੋਈ ਨਹੀਂ ਹੈ, ਕੇਵਲ ਖਾਮੋਸ਼ੀ ਨਿਰਵਸਤਰ ਹੋ ਸਕਦੀ ਹੈ। ਯਾਦ ਰੱਖਣਾ, ਮੈਂ ਨਿਰਵਸਤਰ ਕਿਹਾ, ਨੰਗਾ ਨਹੀਂ ਕਿਹਾ। ਦੋਵੇਂ ਲਫ਼ਜ਼ ਵੱਖ-ਵੱਖ, ਜਾਣੀ ਕਿ ਦੋਵੇਂ ਸ਼ਬਦ ਜਿਹੜੇ ਨੇ ਵੱਖ-ਵੱਖ ਨੇ। ਨੰਗਾ ਅਸ਼ਲੀਲ ਹੁੰਦਾ ਹੈ, ਨਿਰਵਸਤਰ ਤੁਹਾਡੇ ਪ੍ਰਤੱਖ ਹੈ, ਤੁਹਾਡੀ ਪੁੱਜਤ ਦੇ ਵਿੱਚ ਹੈ ਤੇ ਅਣਕੱਜਿਆ ਹੋਇਆ ਹੈ। ਬੱਚਾ ਨੰਗਾ ਨਹੀਂ ਹੁੰਦਾ, ਨਿਰਵਸਤਰ ਹੁੰਦਾ ਹੈ। ਬਿਨਾਂ ਲਿਬਾਸ ਦੇ ਮਹਾਵੀਰ ਬੇਅੰਤ ਸੋਹਣਾ ਹੈ। ਕਹਿੰਦੇ ਨੇ ਮਹਾਵੀਰ ਨੇ ਕਿਸੇ ਅੱਗੇ ਆਪਣੇ ਸੂਤਰ ਬੋਲੇ ਨਹੀਂ ਨੇ। ਉਸਦੇ ਬਹੁਤ ਕਰੀਬੀ ਚੇਲੇ ਨੇੜੇ ਬੈਠੇ ਹੁੰਦੇ ਨੇ ਤੇ ਉਹਨਾਂ ਨੂੰ ਆਪੇ ਬਾਣੀ ਸੁਣਾਈ ਦਿੰਦੀ ਹੈ। ਅਚੰਭੇਜਨਕ ਮਹਾਵੀਰ ਦੁਆਲੇ 11 ਚੇਲੇ ਬੈਠੇ ਨੇ। ਜਦੋਂ ਸਾਰਿਆਂ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਤਾਂ ਉਦੋਂ ਉਹ ਲਿਖ ਲੈਂਦਾ ਹੈ ਕਿ ਹੁਣ ਠੀਕ ਹੈ, ਲਿਖਣ ਯੋਗ ਹੈ। ਵਿਸਥਾਰ ਦੇ ਨਾਲ ਮਹਾਵੀਰ ਕੁਝ ਨਹੀਂ ਆਖਦੇ ਸਨ। ਤਰੰਗਾਂ ਦੇ ਨਾਲ, ਰਮਜ਼ ਦੇ ਨਾਲ ਸਮਝਾ ਦਿੰਦੇ। ਜਿੰਨ ਸੂਤਰ ਸੰਸਾਰ ਦੇ ਹੋਰ ਗ੍ਰੰਥਾਂ ਤੋਂ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਲਿਖੇ ਗਏ ਨੇ। ਭਗਵਾਨ ਜਿਹੜਾ ਖਾਮੋਸ਼ 11 ਚੇਲਿਆਂ ਨੂੰ ਇੱਕੋ ਧੁਨੀ ਸੁਣਾਈ ਦਿੰਦੀ ਹੈ, ਇੱਕੋ ਸ਼ਬਦ ਉਹ ਲਿਖ ਲੈਂਦੇ ਹੈ। ਜਿੰਨ ਸੂਤਰਾਂ ਦਾ ਪ੍ਰਕਾਸ਼ ਜਿਹੜਾ ਹੈ ਇਸ ਤਰ੍ਹਾਂ ਹੋਇਆ ਹੈ। ਕਿਆ ਗਜਬ ਦਾ ਜਨਮ ਹੈ ਇੱਕ ਗ੍ਰੰਥ ਦਾ। ਇਸ ਤੋਂ ਸੋਹਣਾ ਪ੍ਰਕਾਸ਼ ਕਿਵੇਂ ਹੋ ਸਕਦਾ ਹੈ ਕਿਸੇ ਵੀ ਗ੍ਰੰਥ ਦਾ। ਆਦਮੀ ਸਿਖਰ ਤੋਂ ਸਿਖਰ ਜਿਹੜੀ ਰੋਸ਼ਨੀ ਹਾਸਲ ਕਰ ਸਕਦਾ ਹੈ ਉਹ ਹੈ ਇਸ ਦੇ ਵਿੱਚ ਆਪਣੇ ਆਪ ਉੱਪਰ ਵਿਜੇ ਹਾਸਲ ਕਰਨ ਦਾ ਸੰਪੂਰਨ ਵਿਗਿਆਨ, ਜਾਣੀ ਕਿ ਆਪਣੇ ਆਪ ਨੂੰ ਜਿੱਤਣ ਦੇ ਲਈ ਜਿਹੜੀ ਉਹਦੇ ਵਿੱਚ ਗੱਲਬਾਤ ਦੱਸੀ ਗਈ ਹੈ। ਤੀਜੀ ਕਿਤਾਬ ਹੈ ਮੈਂ ਇੱਕ ਬੰਦਾ ਦੇਖਿਆ ਤਾਂ ਪਛਾਣ ਨਾ ਸਕਿਆ। ਅਜੀਬ ਹੈ। ਮੈਂ ਸੋਚਿਆ ਆਪਣੇ ਰਿਸ਼ਤਿਆਂ ਦੇ ਉੱਤੇ ਮੈਂ ਹਜ਼ਾਰਾਂ ਜ਼ਿੰਦਗੀਆਂ ਦੇ ਵਿੱਚੋਂ ਵੀ ਦੀ ਗੁਜ਼ਰਿਆ ਤੇ ਹਜ਼ਾਰਾਂ ਨੂੰ ਮਿਲਿਆ, ਬੜੀਆਂ ਸੰਸਥਾਵਾਂ ਦੇਖੀਆਂ ਨੇ। ਇਹ ਕੌਣ ਹੋਇਆ? ਪਛਾਣ ਦੇ ਵਿੱਚ ਨਹੀਂ ਆਉਂਦਾ। ਕੋਈ ਮੁਰਸ਼ਦ ਨਹੀਂ ਹੈ, ਇਸੇ ਕਰਕੇ ਪਛਾਣਿਆ ਨਾ ਗਿਆ। ਪਰ ਇੰਨੇ ਨਿਮਰ ਬੰਦੇ ਨੂੰ ਸ਼ਾਮਲ ਕਰਨਾ ਪਏਗਾ ਜ਼ਰੂਰ। ਮੈਨੂੰ ਉਸਦੀ ਕਿਤਾਬ ਹਮੇਸ਼ਾ ਵਧੀਆ ਲੱਗੀ। ਪਹਿਲੀਆਂ 51 ਕਿਤਾਬਾਂ ਜਿਹੜੀਆਂ ਸਨ, ਪਹਿਲੀਆਂ 51 ਕਿਤਾਬਾਂ ਦੇ ਵਿੱਚ ਇਹ ਕਿਤਾਬ ਕਿਉਂ ਨਹੀਂ ਆਈ ਕਹਿ ਨਹੀਂ ਸਕਦਾ ਮੈਂ ਇਸ ਬਾਰੇ, ਪਰ ਇਹ ਯੂਨਾਨੀ ਕਿਤਾਬ ਹੈ, ਯੂਨਾਨੀ ਹੈ। ਕਜ਼ਾਨ ਜ਼ਾਕਿਸ ਜ਼ੋਰਬਾ ਦਾ ਗ੍ਰੀਕ ਲਿਖਣ ਵਾਲਾ। ਉਸਦਾ ਨਾਮ ਸਹੀ ਕਿਵੇਂ ਉਚਾਰਿਆ ਜਾਂਦਾ ਹੈ ਇਹ ਵੀ ਪਤਾ ਨਹੀਂ, ਪਰ ਜ਼ੋਰਬਾ ਦਾ ਗ੍ਰੀਕ ਸ਼ਾਹਕਾਰ ਹੈ। ਕਿਤਾਬ ਦਾ ਕਰਤਾ ਬੁੱਧ ਨਹੀਂ ਨਾ ਮਹਾਵੀਰ, ਪਰ ਛਿੰਨ ਦੇ ਵਿੱਚ ਉਹ ਦੋਹਾਂ ਦੇ ਵਿੱਚੋਂ ਕੋਈ ਇੱਕ ਬਣ ਸਕਦਾ ਹੈ। ਦੇਰ ਦਾ ਪੱਕਿਆ ਹੋਇਆ ਫਲ ਆਪਣੀ ਰੁੱਤ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਮੇਰੇ ਇਸ਼ਕਾਂ ਦੇ ਵਿੱਚੋਂ ਜ਼ੋਰਬਾ ਵੀ ਹੈ ਇੱਕ। ਮੈਂ ਅਦਭੁਤ ਲੋਕਾਂ ਦੇ ਨਾਲ ਪਿਆਰ ਕਰਦਾ। ਜ਼ੋਰਬਾ ਅਦਭੁਤ ਬੰਦਾ ਹੈ ਤੇ ਅਸਲੀ ਨਹੀਂ, ਜਿਹੜਾ ਕਲਪਿਤ ਹੈ। ਪਰ ਮੇਰੇ ਲਈ ਉਹ ਅਸਲੀ ਹੋ ਗਿਆ ਕਿਉਂਕਿ ਉਹ ਐਪੀਕਿਊਰਸ, ਚਾਰਵਾਕ ਅਤੇ ਦੁਨੀਆ ਦੇ ਸਾਰੇ ਪਦਾਰਥਵਾਦੀਆਂ ਦਾ ਪ੍ਰਤੀਨਿਧ ਹੈ। ਉਹਨਾਂ ਦੀ ਪ੍ਰਤੀਨਿਧਤਾ ਕਰਦਾ ਹੈ, ਪਰ ਸ਼ਾਨਦਾਰ ਤਰੀਕੇ ਦੇ ਨਾਲ। ਇੱਕ ਥਾਂ ਜ਼ੋਰਬਾ ਆਪਣੇ ਮਾਲਕ ਨੂੰ ਕਹਿੰਦਾ ਹੈ, ਤੁਹਾਡੇ ਕੋਲ ਸਭ ਕੁਝ ਹੈ ਜੀਵਨ ਦੇ ਸਿਵਾ, ਕਿਉਂਕਿ ਤੁਹਾਡੇ ਕੋਲ ਪਾਗਲਪਨ ਨਹੀਂ ਹੈ। ਜੇ ਥੋੜ੍ਹੇ ਬਹੁਤੇ ਪਾਗਲਪਨ ਦਾ ਪ੍ਰਬੰਧ ਕਰ ਸਕੋ, ਤੁਹਾਨੂੰ ਪਤਾ ਲੱਗ ਜਾਏ ਜ਼ਿੰਦਗੀ ਕੀ ਹੈ। ਮੈਂ ਉਸ ਨੂੰ ਸਮਝਦਾ, ਉਸ ਨੂੰ ਨਹੀਂ, ਕੇਵਲ ਮੈਂ ਜੁਗਾਤਰਾਂ ਤੋਂ ਹੁੰਦੇ ਆਏ ਸਾਰੇ ਜ਼ੋਰਬੀਆਂ ਨੂੰ ਜਾਣਦਾ ਜਿਨ੍ਹਾਂ ਦੇ ਵਿੱਚ ਪਾਗਲਪਨ ਹੈ। ਪਰ ਮੈਨੂੰ ਥੋੜ੍ਹੀ ਚੀਜ਼ ਦੇ ਨਾਲ ਸਬਰ ਨਹੀਂ ਆਉਂਦਾ। ਮੈਂ ਇੰਨਾ ਪਾਗਲ ਹਾਂ ਜਿੰਨਾ ਕੋਈ ਹੋ ਸਕੇ ਸੰਪੂਰਨ। ਜੇ ਤੁਸੀਂ ਥੋੜ੍ਹੇ ਕੁ ਸ਼ੈਦਾਈ ਹੁੰਦੇ ਤਾਂ ਥੋੜ੍ਹੀ ਕੁ ਜ਼ਿੰਦਗੀ
थोड़ी क जिहड़ी जिंदगी नूं जाण लैंदे, पर थोड़ा कुछ जानण नालों तां बिल्कुल अनजान होना चंगा है। जोरबा विचारा जिहड़ा गरीब जोरबा अनपढ़ मजदूर उच्चा लम्मा रिश्ट पुष्ट होवेगा। पागल भी उसने अपने मालक नूं जिहड़ी वड्डी सिक्ख्या दित्ती, पागल हो जाओ थोड़े बहुते बहुत। मैं कहना थोड़ा जिन्ना पागल होण दे नाल की बनदा है, पूरे पागल होवो। पूरा पागलपन बंदगी राहीं हासिल हो सकदा है, नहीं तां तुहाडी बस हो जाएगी। तुसीं इस नूं पचा नहीं सकोगे, हजम नहीं कर सकोगे। ये तुहानूं हजम कर जावेगा। फिर जे तुहानूं पता नहीं ना बंदगी की हुंदी है, फिर तुसीं भस्म हो जाओगे। मैं एक नवां नां घड़िया है, जोरबा दा बुद्धा। जोरबा दे विच बुद्धा सिंथेसिस हो गया। मैनू कजान जाकिश नाल प्यार है, जिसने आर्ट दा एडा वड्डा काम कीता, पर मैनू उस उपर अफसोस भी है। वो अजे अंधकार दे विच है। तेरा कोई उस्ताद चाहिदा सी, कजान जाकिश ते नाल बंदगी, नहीं तां तैनू भी पता नहीं लगना जिंदगी की है। चौथा एक होर शानदार मनुख देखिया मैं, उस बारे मैं गल्लां कीतियां ने, पर 50 दे विच नहीं आया। उसका नाम है अल हलाज मंसूर। अल हलाज ने कोई किताब नहीं लिखी, कुछ बयान हैं उसदे। नहीं ऐलान कहो, बयान नहीं। अल हलाज वर्गे लोग ऐलान करिया करते हैं, हंकार नहीं करते। हंकार उन्हां दे विच रचक मात्रा नहीं हुंदा है। इस करके तां कहिंदे हन मैं रब हाँ। अन अल हक अन अल हक जिहड़ा है, अपने इस ऐलान दे विच उसदा कहना है मैं रब हाँ, होर कोई रब नहीं है। मुसलमान उसनूं किवें माफ़ कर दे, मार दिता। पर तुसी अल हलाज नूं मार सकदे हो? ना मुमकिन है। जदों उसनूं कतल कीता जा रहा सी, वो हस रहा सी। अग्गों किसी ने पुछया किस गल ते हासे हो तुसी, क्यों हासा आ रहा है? उसने कहा मैनू नहीं, तुसी मेरे जिसम नूं मार रहे हो। बार बार तुहानूं दसदा रहा हाँ, मैं शरीर नहीं हाँ। अनल हक रब हाँ मैं। ये ने वो लोग जिन्हां नूं कहा जाता है धरती का नमक। मंसूर ने किताब नहीं लिखी, उसदे मित्रां प्यारिਆਂ ने उसदे कुछ ऐलान नोट कर ले सन। मैं मित्रां वास्ते चेले लफज नहीं वरतिया इत्थे, क्योंकि मंसूर वर्गे बंदे दे चेले नहीं हुंदे ने। उसनूं चंगा ना लगे जे कोई उस दी नकल करे। मंसूर दोस्तां प्यारिਆਂ नूं मंजूर करेगा। माफ़ करना, उस बारे मैं पूरी तरह भुल गया सी। मेरे लिए चंगी गल नहीं है। पर मंसूर तू मेरी मजबूरी नूं समझ। तू इन्नियां किताबां दे नाम तक नहीं सुने जिन्नियां मैं पढ़ लईआं ने। मैं लख किताबां पढ़ लईआं ने, उन्हां दे विचों केवल 50 छाटणियां औखा काम है। मैं बहुत थोड़ियां किताबां चुनियां ने। कुदरती है कि बहुत सारियां रह गईयां। मेरियां अखां भर आईयां। वो काहनूं छड्डणियां सन? वो अपने आप नूं सवाल करदा है। पिछों मैं उन्हां दा जिक्र भी कर दियांगा बाद दे विच। पंजवें बंदे नूं थोड़े लोग जाणदे ने। ना उसने कुछ लिखिया है, ना कुछ कहा है। वो है महाकासप। उसकी साखी सुनाई जाती है, बस होर कुछ नहीं है। बुद्ध एक दिन हत्थ दे विच कवल फुल फड़ी सवेर वेले दा प्रवचन देन जा रहे सन, ते बैठ के वो फुल वल देखते रहे। कोई बोल नहीं बोलिया। 10,000 भिखुआं दी सभा उलझन दे विच पै गई। इउं तां कदी होया ही नहीं सी। पहली गल तां इह कि खाली हत्थ आउण वाला बुद्ध अज पहली बार कवल फुल लै आया। फिर वो आउंदियां ही प्रवचन देन लग जाया करदा सी, ते अज मिंट घंटे बीत गए, फुल वल ही देखी गया। कईयां ने सोचिया होना कि इसदी मत मारी गई। एक बंदा सी केवल जिहड़ा बाकियां दे नाल सहमत ना हो सकिया ते हस पिया। यह शख्स सी महाकासप। बुद्ध ने नज़रां उपर उठाईयां ते हस पिया ते महाकासप नूं अपने कोल बुला के कवल फुल दे दिता। सभा ये कह के समाप्त कर दिती गई कि जिस दे तुसी अधिकारी 100 तुहानू दे दिता है। जिस कासे दा
महाकासप हकदार सी उस नूं मिल गया। सही होया ना? वरियां तो तुहानू बोलां राहीं प्रवचन सुणाउंदा आया, तुहाडे ते कोई असर नहीं होया। तुहानू गल समझ ही नहीं आई कि मैं कहना की है, बोलदा की है, कहना की चाहुंदा है। ते अज खामोशी दे विच मतलब कि जिहड़ा महाकासप सी वो बगैर कुछ सुनिया ही बोलिया ही सब कुछ समझ गया ते ओनू जिहड़ा वो फुੱਲ जिहड़ा उहने फिर दिता सी। अज मैं खामोशी दा पाठ पढ़ाया जिसनू महाकासप समझ गया ते हस पिया। इस गुज्जी रमज राही बुद्ध नू उत्तराधिकारी मिल गया सी। महाकासप बुद्ध दा जिहड़ा जानशीन हो गया ते अजीब ढंग तरीके ने ना ये महाकासप दे चेलियां ने उस बारे कुछ चीज़ां कलमबंद भी कीतियां ने। इन्हां नू महाकासप दी किताब कहा जाता है। आप उसने कुछ नहीं लिखिया ते जिन्हां चेलियां ने लिखिया उन्हां ने भी अपने नाम नहीं लिखे। ये लिखतां अनाम हन, जानी कि नाम तो बगैर। पर जिन्हां ने लिखिया बहुत सोहना लिखिया, जिमें पूरनमाशी दे चंद दियां फाड़ियां होण, सारियां नू इकट्ठियां करके जोड़ लो, पूरा चंद रोशन हो जाएगा। जोड़न दा भेद बंदगी राही पता लगदा है। महाकासप दे विचों जिहड़ी शाखा प्रगट होई वो है जैन। जैन है, जैन दा मोढी महाकासप है ते जैन मायने ध्यान लाउणा हुंदा है। जैन दा मतलब है मायने ध्यान। अजीब बुद्ध नहीं महाकासप है ते जैन दा पितामा। बुद्ध तां जिहड़ा 40 साल प्रवचन करदे रहे, महाकासप कदे नहीं बोलिया सी। कदी किसी ने उसकी आवाज़ जे सुनी तां हासे दी आवाज़ सुनी सी। जे तुहाडा आखना है कि यह भी बोलण दी एक किस्म है तो तुहाडी मर्जी है। अगे एक तरीके विच यह भी गल करना ही है कि मतलब है कि सारी रचना मजाक है महज दे विच। बुद्ध नूं यह कहना है क्या मजाक है? जिस क्षण तुहानू समझ आ गई कि सारी सृष्टि मजाक है ना, तुहानू ज्ञान हो गया। होर कोई ज्ञान नहीं, कोई जागरण नहीं, बाकी सब कुछ आभास है, नकली है। कित्थे पुजी गिणती देव गीत, किनवा नंबर है किताबां दा। मेरे देहांत पिछों भी रिकॉर्ड दुरुस्त रहना चाहिए है। ते अगली गल ओशो की कहंदा है, वाह किन्ना चंगा लगदा है ये कहना मेरे मरण दे पिछों। सचमुच मर चुकिया तां ही तां तुसीं मैनू मुक्त आत्मा कहिंदे हो ना। जे मैं नहीं मरिया फिर मैनू मुक्त आत्मा कहना सही नहीं है। मरण दे उपरांत लफज मेरे कोल अचानक आ गया। कहना तां मैं ये सी कि ये गल पिछों सुझी है। मैनू कहा गया मरण दे उपरांत। सच कदे कदे अचानक प्रगट होंदा है आपे। गिणिया मिथ्या तरतीब बार मायने छती, जानी कि मनो मन दे विचों नहीं, ज्वालामुखी वांग आपे जिहड़ा खोल पैंदा है। जिहड़ी गल मैं करनी नहीं सी आपे कही गई। जानी कि जदों ज्वालामुखी फटदा है जां जो भी बंदे दे अंदर गलबात होंदी है, कई लोग कह दिंदे ने कि जो मेरे मन दे विच मैं कह दिता, किसी नूं चंगा लगा जां माड़ा, ते ओही चीज़ां जिहड़ियां कुदरती तौर दे उत्ते उपजदियां ने। जिहड़ी गल मैं करनी नहीं सी आपे कही गई। सच दा अपना ही तरीका हुंदा है। मैं अतीत पुरख हां, बड़ी देर पहला मर गया सा मैं। छेवां मैं हरमन हैस देखिया। जिहड़े ज्ञान तो पार लंघ जांदे ने उन्हां दे कहणे ही क्या ने। हैस ज्ञान तक भी नहीं अपड़िया सी। वो सीधा सादा बंदा सी, पर काव दे खंभां ते सवार होके उसने संसार दी महान किताब सिद्धार्थ लिख दिती सी। गौतम बुद्ध दा असल नाम जो मापियां वल्लों रखिया गया सिद्धार्थ सी, उसनूं गौतम बुद्ध कहा गया। गौतम उसका खानदानी नाम सी ते बुद्ध मायने जागृत। ज्योतिषां दी सलाह दे नाल मापियां ने सिद्धार्थ नाम रखिया। सोहना नाम है। सिद्धार्थ शब्द का मायना है जिहड़ा अर्थ तक पहुँच गया होवे, जानी कि जिहड़ा शब्दां तक पहुँच गया होवे। सिद्ध मायने प्राप्त, अर्थ तो भाव मायना। पूरा मतलब ये होया जिसनूं जीवन का बोध हो गया, जिसने जीवन की थां पा लई। ज्योतिषी मापे वो लोग जिन्हां ने सिद्धार्थ नाम रखिया यकीनन सियाणे लोग होणगे। पहुँचे हुए ना सही, सियाणे तां सन ही।
ਦੁਨੀਆਦਾਰੀ ਦੇ ਵਿੱਚ ਅਵश्य ਸਮਝਦਾਰ ਹੋਣਗੇ। ਦੁਹਰਾਈ ਤਾਂ ਹਰਮਨ ਹੈਸ ਨੇ ਸਿਧਾਰਥ ਦੀ ਕਹਾਣੀ ਹੀ, ਪਰ ਵੱਖਰੇ ਤਰੀਕੇ ਦੇ ਨਾਲ। ਦਿਸ਼ਾ ਉਹੀ, ਅਰਥ ਉਹੀ। ਹਰਮਨ ਨੇ ਇਹ ਕਥਾ ਲਿਖੀ ਹੋਵੇ ਤੇ ਖੁਦ ਸਿੱਧ ਨਾ ਹੋ ਗਿਆ ਹੋਵੇ। ਦਿਲ ਨਹੀਂ ਮੰਨਦਾ ਮੇਰਾ। ਉਹ ਵਿਚਾਰਾ ਬਸ ਲੇਖਕ ਹੀ ਰਿਹਾ ਹੈ। ਨੋਬਲ ਇਨਾਮ ਮਿਲ ਗਿਆ ਤਾਂ ਕੀ ਹੋ ਗਿਆ? ਬੁੱਧ ਨੂੰ ਤੁਸੀਂ ਨੋਬਲ ਪ੍ਰਾਈਜ਼ ਨਹੀਂ ਦੇ ਸਕਦੇ ਹੋ। ਹੱਸ ਕੇ ਉਹ ਇਸ ਨੂੰ ਵਗਾ ਦੇਗਾ ਤੇ ਪਰੇ ਮਾਰੇਗਾ ਚੱਕ ਕੇ। ਪਰ ਕਿਤਾਬ ਬਹੁਤ ਸੋਹਣੀ ਹੈ, ਮੈਂ ਇਸ ਨੂੰ ਚੁਣ ਲਿਆ। 7ਵੀਂ ਕਿਤਾਬ ਹੈ। ਪਰੰਪਰਾਵਾਦੀ ਸਨਾਤਨੀ ਯਹੂਦੀ ਧਰਮ ਦੇ ਵਿੱਚ ਗਿਆਨੀ ਉਸਤਾਦ ਹੋਣਗੇ। ਪਤਾ ਨਹੀਂ, ਗਿਆਨ ਤੋਂ ਪਾਰ ਲੰਘ ਜਾਣਾ ਤਾਂ ਦੂਰ ਦੀ ਹੀ ਗੱਲ ਹੈ, ਪਰ ਇੱਕ ਹੈ ਕਿ ਉਹਨਾਂ ਦੇ ਵਿੱਚ ਬਾਲ ਸ਼ਿਮ ਤੋਵ ਉਸਦਾ ਨਾਮ ਨਾ ਲੈਂਦਾ ਮੈਂ ਆਪਣੇ ਆਪ ਨੂੰ ਮਾਫ ਨਾ ਕਰ ਸਕਦਾ। ਕੋਈ ਹੋਰ ਵੀ ਅਜਿਹਾ ਨਹੀਂ ਦਿਸਦਾ ਜਿਸ ਨੂੰ ਮੈਂ ਆਖਦਾ ਮਾਫ ਕਰ। ਬਾਲ ਸ਼ਿਮ ਤੋਵ ਉਸਦੇ ਪਿੰਡ ਦਾ ਨਾਮ ਸੀ ਤੇ ਉਸਦੇ ਨਾਮ ਦਾ ਮਤਲਬ ਹੈ ਤੋਬ ਪਿੰਡ ਦਾ ਬਾਲ ਸ਼ਿਮ। ਆਪਾਂ ਉਸਨੂੰ ਬਸ ਬਾਲ ਸ਼ਿਮ ਕਹਾਂਗੇ। ਇਸ ਬੰਦੇ ਬਾਰੇ ਮੈਂ ਪਹਿਲਾਂ ਗੱਲਾਂ ਕਰ ਚੁੱਕਿਆ। ਜਦੋਂ ਮੈਂ ਯਹੂਦੀ ਸਨਾਤਨਵਾਦ ਜਿਹੜਾ ਹੈਸੀਡਿਜ਼ਮ ਬਾਰੇ ਬੋਲ ਰਿਹਾ ਸਾਂ, ਉਦੋਂ ਕੋਈ ਜ਼ਰੂਰੀ ਪੱਖ ਛੱਡਿਆ ਨਹੀਂ ਸੀ। ਉਦੋਂ ਮੈਂ ਤਾਓ, ਜ਼ੈਨ, ਸੂਫੀ ਮਤ ਤੇ ਯਹੂਦੀ ਸਨਾਤਨਵਾਦ ਬਾਰੇ ਗੱਲਾਂ ਕੀਤੀਆਂ ਨੇ। ਮੈਂ ਕਿਸੇ ਪਰੰਪਰਾ ਦੇ ਵਿੱਚ ਬੱਝਾ ਹੋਇਆ ਬੰਦਾ ਨਹੀਂ, ਇਸ ਕਰਕੇ ਜਿਸ ਮਰਜ਼ੀ ਦਿਸ਼ਾ ਵੱਲ ਚਲਾ ਜਾਣਾ। ਮੈਨੂੰ ਨਕਸ਼ੇ ਦੀ ਜ਼ਰੂਰਤ ਵੀ ਨਹੀਂ ਪੈਂਦੀ ਹੈ। ਮੁੜ ਤੁਹਾਨੂੰ ਯਾਦ ਕਰਾ ਦਿਆਂ, ਹਾਜ਼ਰ ਹੋਣਾ, ਚਲੇ ਜਾਣਾ, ਮੁਰਗਾਬੀਆਂ ਆਪਣੇ ਕਦਮਾਂ ਦੇ ਨਿਸ਼ਾਨ ਨਹੀਂ ਛੱਡਦੀਆਂ, ਨਾ ਮੁਰਸ਼ਦ ਭਾਲਦੀਆਂ ਹਨ। ਤੇ ਬਾਲ ਸ਼ਿਮ ਨੇ ਗ੍ਰੰਥ ਨਹੀਂ ਲਿਖਿਆ। ਗਿਆਨ ਦੇ ਸੰਸਾਰ ਦੇ ਵਿੱਚ ਗ੍ਰੰਥ ਦੀ ਕੋਈ ਲੋੜ ਹੀ ਨਹੀਂ ਹੈ। ਉਸਨੇ ਬਹੁਤ ਸੋਹਣੀਆਂ ਸਾਖੀਆਂ ਸੁਣਾਈਆਂ ਨੇ। ਇੰਨੀਆਂ ਸੋਹਣੀਆਂ, ਉਦਾਹਰਨ ਵਾਸਤੇ ਉਸਦੀ ਇੱਕ ਸਾਖੀ ਸੁਣਾਉਣਾ, ਇਸ ਦੇ ਨਾਲ ਪਤਾ ਲੱਗ ਜਾਏ ਕਿ ਇੱਕ ਬੰਦਾ ਕਿਸ ਨਸਲ ਦਾ ਸੀ। ਬਾਲ ਸ਼ਿਮ ਦੇ ਕੋਲ ਇੱਕ ਔਰਤ ਆਈ ਤੇ ਬੱਚੇ ਦੀ ਇੱਛਾਵਾਨ ਸੀ। ਉਹ ਇਹ ਕਹਿ ਕੇ ਬਾਲ ਸ਼ਿਮ ਦੀਆਂ ਮਿੰਨਤਾਂ ਕਰਦੀ ਰਹੀ, ਜੇ ਤੁਹਾਡੀ ਅਸੀਸ ਮਿਲ ਜਾਏ, ਇੱਛਾ ਪੂਰੀ ਹੋ ਜਾਏਗੀ। ਕਿਰਪਾ ਨਿਦਾਨ ਮੈਨੂੰ ਬੱਚੇ ਦੀ ਦਾਤ ਦੇ ਦਿਓ। ਅੱਕ ਕੇ ਬਾਲ ਸ਼ਿਮ ਨੇ ਪੁੱਛਿਆ, ਮੁੰਡਾ ਚਾਹੀਦਾ ਕਿ ਕੁੜੀ? ਬਹੁਤ ਖੁਸ਼ ਹੋ ਕੇ ਔਰਤ ਬੋਲੀ, ਮੁੰਡਾ ਚਾਹੀਦਾ ਹੈ। ਬਾਲ ਸ਼ਿਮ ਨੇ ਕਿਹਾ, ਤਾਂ ਸਾਖੀ ਸੁਣ ਫਿਰ। ਮੇਰੀ ਮਾਂ ਵੀ ਬਾਂਝ ਸੀ। ਉਹ ਬਾਰ-ਬਾਰ ਪਿੰਡ ਦੇ ਸਿਆਣੇ ਦੇ ਕੋਲ ਔਲਾਦ ਪ੍ਰਾਪਤੀ ਲਈ ਵਾਸਤੇ ਗਈ। ਮਿੰਨਤਾਂ ਤਰਲੇ ਕਰਨੋਂ ਨਾ ਹਟੀ ਤਾਂ ਸਿਆਣੇ ਨੇ ਕਿਹਾ, ਚੰਗਾ, ਮੇਰੇ ਵਾਸਤੇ ਵਧੀਆ ਟੋਪੀ ਲਿਆ। ਟੋਪੀ ਇੰਨੀ ਸੋਹਣੀ ਬਣਾ ਕੇ ਲਿਆਈ ਕਿ ਬਾਲ ਸ਼ਿਮ ਦੀ ਮਾਂ ਨੇ ਸਿਆਣੇ ਨੂੰ ਕਿਹਾ, ਮੈਨੂੰ ਹੁਣ ਹੋਰ ਕੁਝ ਨਹੀਂ ਚਾਹੀਦਾ ਬਾਬਾ, ਇਹ ਟੋਪੀ ਜਿਹੜੀ ਮੈਨੂੰ ਪਹਿਨਾ ਦੇ। ਟੋਪੀ ਦੇ ਨਾਲ ਤੁਸੀਂ ਕਿੰਨੇ ਸੋਹਣੇ ਲੱਗਦੇ ਹੋ, ਹੋਰ ਕਾਸੇ ਦੀ ਲੋੜ ਨਹੀਂ ਹੈ। ਜੋ ਚਾਹੀਦਾ ਸੀ ਮੈਨੂੰ ਮਿਲ ਗਿਆ। ਤੁਹਾਨੂੰ ਮੇਰਾ ਸ਼ੁਕਰਾਨਾ ਕਰਨ ਦੀ ਲੋੜ ਨਹੀਂ ਹੈ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ। ਧੰਨਵਾਦ ਬਾਬਾ। ਤੇ ਮੇਰੀ ਮਾਂ ਵਾਪਸ ਆ ਗਈ ਸੀ। ਇਸ ਤਰ੍ਹਾਂ ਮੈਂ ਪੈਦਾ ਹੋਇਆ। ਔਰਤ ਬੋਲੀ, ਠੀਕ ਹੈ, ਕੱਲ੍ਹ ਨੂੰ ਮੈਂ ਟੋਪੀ ਲਿਆਵਾਂਗੀ ਫਿਰ। ਅਗਲੇ ਦਿਨ ਜਨਾਨੀ ਸੋਹਣੀ ਟੋਪੀ ਲੈ ਕੇ ਹਾਜ਼ਰ ਹੋਈ ਤੇ ਬਾਲ ਸ਼ਿਮ ਨੇ ਟੋਪੀ ਪਹਿਨੀ ਤੇ ਸ਼ੁਕਰੀਆ ਤੱਕ ਨਾ ਕਿਹਾ। ਔਰਤ ਉਡੀਕਦੀ ਰਹੀ, ਫਿਰ ਬੋਲੀ, ਬੱਚੇ ਦਾ ਕੀ ਬਣਿਆ? ਬਾਲ ਸ਼ਿਮ ਨੇ ਕਿਹਾ, ਬੱਚਾ ਭੁੱਲ ਜਾ, ਟੋਪੀ ਕਿੰਨੀ ਸੋਹਣੀ ਹੈ, ਤੇਰਾ ਸ਼ੁਕਰਗੁਜ਼ਾਰ ਹਾਂ। ਮੈਂ ਤੇਰਾ ਧੰਨਵਾਦ ਕਰਦਾ। ਜਿਹੜੀ ਕਹਾਣੀ ਮੈਂ ਤੈਨੂੰ ਸੁਣਾਈ ਉਹ ਯਾਦ ਹੈ? ਟੋਪੀ ਦੇ ਕੇ ਮੇਰੀ ਮਾਂ ਨੇ ਸਿਆਣੇ ਤੋਂ ਕੁਝ ਨਹੀਂ ਮੰਗਿਆ ਸੀ ਤਾਂ ਮੈਂ ਜੰਮਿਆ ਸੀ। ਪਰ ਤੂੰ ਉਹ ਚੀਜ਼ ਜਿਹੜੀਆਂ ਤੂੰ ਆਪ ਹੀ ਮੰਗੀ ਜਾ ਰਹੀਆਂ ਚੀਜ਼ਾਂ, ਪਰ ਤੂੰ ਖਾਸ਼ਾਂ ਲੈ ਕੇ ਆਈ ਹੈ, ਜਾਣੀ ਕਿ ਆਪਣੀਆਂ ਜਿਹੜੀਆਂ ਤੇਰੀਆਂ ਦਿਲ ਦੀਆਂ ਜੋ ਤੂੰ ਮਤਲਬ ਕਿ ਪਾਉਣਾ ਚਾਹੁੰਦੀ ਹੈ, ਪਰ ਤੂੰ ਖਾਸ਼ਾਂ ਲੈ ਕੇ ਆਈ ਹੈ। ਇਹ ਟੋਪੀ ਦੇ ਕੇ ਤੈਨੂੰ ਇੱਕ ਬਾਲਕ ਚਾਹੀਦਾ ਹੈ, ਉਹ ਵੀ ਬਾਲ ਸ਼ਿਮ ਵਰਗਾ। ਭੁੱਲ ਜਾ ਹੁਣ ਸਭ ਕੁਝ, ਮੁੜ ਇੱਥੇ ਨਾ ਆਈ। ਬਹੁਤ ਸਾਰੀਆਂ ਗੱਲਾਂ ਕੇਵਲ ਕਹਾਣੀਆਂ ਰਾਹੀਂ ਸਮਝਾਈਆਂ ਜਾਂਦੀਆਂ ਨੇ। ਬਾਲ ਸ਼ਿਮ ਨੇ ਜਿਹੜਾ ਸੂਤਰ ਇੱਕ ਗੱਲ ਕੀਤੀ ਸੀ ਤੇ ਮੰਗੋ ਨਾ ਮਿਲ ਜਾਏਗਾ, ਮੁੱਢਲੀ ਗੱਲ ਇਹੋ ਹੈ, ਸਵਾਲੀਏ ਨਾ ਬਣੋ। ਬਾਲ ਸ਼ਿਮ ਦੀਆਂ ਕਹਾਣੀਆਂ ਦੇ ਵਿੱਚੋਂ ਹਸੀਦਵਾਦ ਦੀ ਉਹ ਬਹਾਰ ਆਈ,
ਫੁੱਲਾਂ ਲੱਦੀ ਕੀ ਕੁਝ ਨਾ ਪੁੱਛੋ। ਕਿਸੇ ਹੋਰ ਯਹੂਦੀ ਨੇ ਬਾਲਸ਼ਿਮ ਵਰਗਾ ਕੰਮ ਨਹੀਂ ਕੀਤਾ। ਸਨਾਤਨਵਾਦ ਨਿੱਕੀ ਜਿਹੀ ਯਹੂਦੀ ਧਾਰਾ ਹੈ, ਪਰ ਵਗੀ ਜਾ ਰਹੀ ਹੈ ਨਿਰੰਤਰ ਤੌਰ ਦੇ ਉੱਤੇ। ਹੈਸੀਦਮ ਜਿਹੜੀ ਗੱਲ ਆਈ ਸੀ ਅੱਗੇ, ਯਹੂਦੀਆਂ ਦੀ ਅਜਿਹੀ ਇੱਕ ਸੰਪਰਦਾਇ ਹੈ ਜਿਹੜੀ ਵਿਗਿਆਨਵਾਦ, ਤਰਕਸ਼ੀਲਤਾ, ਆਧੁਨਿਕਤਾ ਦੇ ਖਿਲਾਫ ਜਿਹੜੀ ਗੱਲਬਾਤ ਹੁੰਦੀ ਹੈ। ਇਹ ਜਿਹੜਾ ਇੱਕ ਛੋਟਾ ਜਿਹਾ ਲਫ਼ਜ਼ ਵਿੱਚ ਆਇਆ ਸੀ ਹੈਸੀਡਿਜ਼ਮ, ਉਹਦੀ ਗੱਲ ਹੋ ਰਹੀ ਹੈ। ਉਸ ਨੂੰ ਜਿਹੜਾ ਵਿਸਤਾਰ ਦੇ ਵਿੱਚ ਜੇ ਖੰਗੋਲਿਆ ਜਾਵੇ ਤੇ ਯਹੂਦੀਆਂ ਦੀ ਇਹ ਜਿਹੜਾ ਹੈਸੀਸਿਦਮ ਯਹੂਦੀਆਂ ਦੀ ਅਜਿਹੀ ਇੱਕ ਸੰਪਰਦਾਇ ਹੈ ਜਿਹੜੀ ਵਿਗਿਆਨਵਾਦ, ਤਰਕਸ਼ੀਲਤਾ, ਆਧੁਨਿਕਤਾ ਦੇ ਖਿਲਾਫ ਹੈ। ਇਸ ਦਾ ਆਸ਼ਾ ਪੁਰਾਤਨ ਜਿਹੜਾ ਰਵਾਇਤਾਂ ਨੇ ਤੇ ਕਰਮਕਾਂਡ ਤੇ ਸਨਾਤਨਵਾਦ ਨੂੰ ਸੁਰਜੀਤ ਕਰਨਾ ਤੇ ਜੀਵੰਤ ਰੱਖਣਾ, ਯਾਨੀ ਕਿ ਉਹਨੂੰ ਜਿੰਦਾ ਰੱਖਣਾ, ਇਹ ਚੀਜ਼ਾਂ ਸਾਰੀਆਂ ਵਿੱਚ ਆਉਂਦੀਆਂ ਨੇ। ਅਗਲੀ ਗੱਲ ਤੋਰਦੇ ਹਾਂ ਕਿ 8ਵਾਂ ਹੈ ਫਰੀਦ। 8ਵੀਂ ਗੱਲ ਆਉਂਦੀ ਹੈ ਫਰੀਦ ਦੀ। ਇਹ ਹੈ ਉਹ ਆਦਮੀ ਜਿਸ ਬਾਰੇ ਮੈਂ ਪਹਿਲਾਂ ਹਿੰਦੀ ਦੇ ਵਿੱਚ ਤਾਂ ਗੱਲਾਂ ਸੁਣਾ ਚੁੱਕਿਆ, ਤਾਂ ਅੰਗਰੇਜ਼ੀ ਦੇ ਵਿੱਚ ਨਹੀਂ। ਇਹ ਸੂਫੀ ਫਕੀਰ ਕਬੀਰ ਨਾਨਕ ਆਦਿਕ ਦਾ ਸਮਕਾਲੀ ਸੀ। ਪਿਆਰ ਕਰਦਾ ਉਸ ਨੂੰ ਮੈਂ। ਬਾਣੀ ਦੇ ਵਿੱਚ ਆਪਣੇ ਆਪ ਨੂੰ ਉਹ ਫਰੀਦਾ ਕਹਿੰਦਾ ਹੈ ਤੇ ਆਪਣੇ ਆਪ ਨੂੰ ਮੁਖਾਤਿਬ ਹੁੰਦਾ ਹੈ, ਕਿਸੇ ਹੋਰ ਨੂੰ ਨਹੀਂ ਹੁੰਦਾ। ਇਉਂ ਗੱਲ ਕਰਦਾ ਹੈ, ਫਰੀਦਾ ਤੈਨੂੰ ਸੁਣ ਰਿਹਾ ਨਾ, ਫਰੀਦਾ ਜਾਗ, ਫਰੀਦਾ ਇਹ ਕਰ, ਫਰੀਦਾ ਉਹ ਕਰ। ਹਿੰਦੀ ਦੇ ਵਿੱਚ ਫਰੀਦ ਲਫ਼ਜ਼ ਜਿਹੜਾ ਹੈ ਸਤਿਕਾਰਯੋਗ ਹੈ, ਫਰੀਦਾ ਨਹੀਂ ਹੈ। ਇਸ ਢੰਗ ਦੇ ਨਾਲ ਨੌਕਰ ਨੂੰ ਆਵਾਜ਼ ਮਾਰੀਦੀ ਹੈ। ਉਹ ਆਪਣੇ ਆਪ ਨੂੰ ਫਰੀਦਾ ਕਹਿੰਦਾ ਹੈ ਕਿਉਂਕਿ ਖੁਦ ਮਾਲਕ ਹੈ। ਜਿਸਮ ਉਸ ਦਾ ਨੌਕਰ ਤੇ ਮਹਾਨ ਬਾਦਸ਼ਾਹ ਅਕਸਰ ਫਰੀਦ ਪਾਸ ਉਸ ਦਾ ਕਲਾਮ ਸੁਣਨ ਆਉਂਦਾ। ਬਾਦਸ਼ਾਹ ਨੂੰ ਕਿਸੇ ਨੇ ਹੀਰਿਆਂ ਜੜੀ ਕੈਂਚੀ ਦੀ ਸੌਗਾਤ ਦਿੱਤੀ ਸੀ। ਗੁੱਡੀਆਂ ਨੂੰ ਉਹ ਕੈਂਚੀ ਬੜੀ ਵਧੀਆ ਲੱਗਦੀ ਸੀ ਤੇ ਹਰੇਕ ਔਰਤ ਨੂੰ ਲੱਗਦੀ, ਤੇ ਬਾਦਸ਼ਾਹ ਨੂੰ ਹੀ ਵੀ ਸੋਹਣੀ ਲੱਗੀ ਸੀ। ਉਸਨੇ ਸੋਚਿਆ ਇਹ ਤੋਹਫਾ ਤਾਂ ਬਾਬਾ ਫਰੀਦ ਲਾਇਕ ਹੈ। ਉਹ ਬਾਬਾ ਜੀ ਦੀ ਦਰਗਾਹ ਤੇ ਗਿਆ ਤੇ ਕੈਂਚੀ ਭੇਂਟ ਕੀਤੀ। ਬਾਬਾ ਜੀ ਨੇ ਕੈਂਚੀ ਦੇਖੀ ਤੇ ਇਹ ਕਹਿ ਕੇ ਵਾਪਸ ਕਰ ਦਿੱਤੀ, ਜੇ ਸੌਗਾਤ ਦੇਣੀ ਹੈ ਤਾਂ ਸੂਈ ਦਿਓ, ਜੇ ਸੌਗਾਤ ਦੇਣੀ ਹੈ ਤਾਂ ਸੂਈ ਲਿਆਓ। ਅਕਬਰ ਨੇ ਪੁੱਛਿਆ, ਸੂਈ ਕਿਉਂ ਹਜ਼ੂਰ? ਫਰੀਦ ਨੇ ਕਿਹਾ, ਕੈਂਚੀ ਕੱਟਦੀ ਹੈ, ਵਿਛੋੜਦੀ ਹੈ, ਤੋੜਦੀ ਹੈ, ਸੂਈ ਜੋੜਦੀ ਹੈ। ਮੇਰਾ ਕੰਮ ਕੈਂਚੀ ਦਾ ਨਹੀਂ, ਸੂਈ ਦਾ ਹੈ। ਮੈਂ ਆਪਸ ਦੇ ਵਿੱਚ ਮੇਲਦਾ ਹਾਂ। ਫਰੀਦ ਨੇ ਸਿੰਗਮੰਡ ਫਰਾਇਡ ਦੇ ਨਾਲ ਸਹਿਮਤੀ ਨਹੀਂ ਹੋਣਾ ਸੀ। ਫਰੀਦ ਨੇ ਜਿਹੜਾ ਸਿੰਗਮੰਡ ਫਰਾਇਡ ਦੇ ਨਾਲ ਸਹਿਮਤ ਨਹੀਂ ਹੋਣਾ ਸੀ। ਮਨੋ ਵਿਸ਼ਲੇਸ਼ਣ ਸੁਨਹਿਰੀ ਕੈਂਚੀ ਹੈ ਤੇ ਟੁਕੜੀਆਂ ਦੇ ਵਿੱਚ ਵੰਡਦੀ ਹੈ। ਉਹ ਅਸਜੀਲੀ ਦੇ ਮਨੋ ਸੰਸਲੇਸ਼ਨ ਦੇ ਨਾਲ ਸਹਿਮਤ ਹੁੰਦੇ। ਮੇਲ ਦਿਓ, ਵੱਖ-ਵੱਖ ਪਈਆਂ ਵਸਤਾਂ ਇੱਕ ਕਰ ਦਿਓ, ਮੇਰੀਆਂ ਅੱਖਾਂ ਦੇ ਵਿੱਚ ਹੰਝੂ ਦਿਸੇ। ਇਹ ਫਰੀਦ ਲਈ ਹਨ, ਫਰੀਦੇ ਲਈ ਹਾਂ, ਮੇਰਾ ਫਰੀਦਾ ਹੈ ਉਹ। ਉਸ ਵਾਸਤੇ ਲਫ਼ਜ਼ ਨਹੀਂ ਨੇ, ਸ਼ਬਦ ਨਹੀਂ ਨੇ। ਸੁਨਹਿਰੀ ਕੈਂਚੀ ਦੀ ਨਹੀਂ, ਉਹ ਹੰਝੂਆਂ ਦੀ ਜ਼ਬਾਨ ਸਮਝਦਾ ਹੈ। ਫਰੀਦ ਦੇ ਚਰਨਾਂ ਦੇ ਢਹਿ ਕੇ ਬਾਦਸ਼ਾਹ ਰੋ ਪੈਂਦਾ ਹੈ। ਇਹ ਸੌਗਾਤ ਸਹੀ ਹੁੰਦੀ ਹੈ। ਫਰੀਦ ਨੇ ਗ੍ਰੰਥ ਨਹੀਂ ਲਿਖਿਆ, ਉਸ ਦੀ ਬਾਣੀ ਉਸ ਦੇ ਮੁਰੀਦਾਂ ਨੇ ਲਿਖੀ ਹੈ। ਉਸ ਦਾ ਕਲਾਮ ਬੇਹੱਦ ਖੂਬਸੂਰਤ ਹੈ, ਪਰ ਮਾਨਣ ਦੇ ਲਈ ਪੰਜਾਬੀ ਦੇ ਵਿੱਚ ਇਸ ਦਾ ਕੀਰਤਨ ਸੁਣਨਾ ਪਏਗਾ। ਉਹ ਪੰਜਾਬ ਦੇ ਵਿੱਚ ਰਿਹਾ ਹੈ ਤੇ ਉਸ ਦੀ ਬਾਣੀ ਪੰਜਾਬੀ ਵਿੱਚ ਹੈ, ਹਿੰਦੀ ਵਿੱਚ ਨਹੀਂ ਹੈ। ਹਿੰਦੀ ਨਾਲੋਂ ਪੰਜਾਬੀ ਬੜੀ ਵੱਖਰੀ ਹੈ। ਬਾਬਾ ਫਰੀਦ ਦੋਹਾਂ ਤੋਂ ਬਹੁਤ ਪਹਿਲਾਂ ਹੋਏ, ਪਰ ਜਾਣੀ ਕਿ ਜਿਹੜਾ ਜ਼ਿਕਰ ਆਇਆ, ਪਰ ਓਸ਼ੋ ਇੱਥੇ ਇਤਿਹਾਸ ਦੀ ਨਹੀਂ, ਅਕਾਲ ਦੀ ਬਾਤ ਪਾ ਰਿਹਾ ਹੈ। ਹਿੰਦੀ ਨਰਮ ਹੈ, ਜਿਹੜੀ ਪੰਜਾਬੀ ਦੇ ਵਿੱਚ ਨਹੀਂ ਹੈ ਉਹਨਾਂ ਦੀ ਬਾਣੀ। ਹਿੰਦੀ ਨਾਲੋਂ ਪੰਜਾਬੀ ਦੇ ਵਿੱਚ ਬੜੀ ਵੱਖਰੀ ਹੈ। ਹਿੰਦੀ ਨਰਮ ਹੈ, ਜਿਹੜਾ ਵਪਾਰੀਆਂ ਦੀ ਬੋਲੀ, ਪੰਜਾਬੀ ਕਿਰਪਾਨ ਹੈ, ਸੂਰਮਿਆਂ ਦੀ ਬੋਲੀ ਹੈ, ਦਿਲ ਦੇ ਵਿੱਚ ਧੱਸਦੀ ਜਾਂਦੀ ਹੈ। ਫਰੀਦ ਬਾਣੀ ਨੂੰ ਪੰਜਾਬੀ ਦੇ ਵਿੱਚ ਜਿਹੜਾ ਗਾਈ ਜਾਂਦਾ, ਫਰੀਦ ਬਾਣੀ ਨੂੰ ਪੰਜਾਬੀ ਦੇ ਵਿੱਚ ਗਾਈ ਜਾਂਦੀ ਸੁਣੋ, ਦਿਲ ਜਿਹੜਾ ਭੰਗਰਨ ਜਾਣੀ ਕਿ ਪਿਘਲਣ ਲੱਗੇਗਾ। ਜਦੋਂ ਮੈਂ ਪੰਜਾਬ ਜਾਂਦਾ ਪੁੱਛਦਾ, ਮੈਨੂੰ ਫਰੀਦ ਬਾਣੀ ਦਾ ਕੀਰਤਨ ਸੁਣਾ ਦਿਓਗੇ? ਇੱਕ ਵਾਰ ਇੱਕ ਕੀਰਤਨੀਆ
ਤਿਆਰ ਹੋ ਗਿਆ ਜਿਸ ਨੂੰ ਪਤਾ ਸੀ ਕਿ ਫਰੀਦ ਕਿਵੇਂ ਗਾਈਦਾ ਹੈ। ਕਮਾਲ ਦੇ ਕੀਰਤਨੀਏ, ਗਜਬ ਦੇ ਛਿਣ। ਪੰਜਾਬੀ ਦੀ ਆਪਣੀ ਆਭਾ ਹੈ। ਹਰ ਜ਼ਬਾਨ ਦਾ ਆਪਣਾ ਮੰਡਲ ਹੁੰਦਾ ਹੈ। ਪੰਜਾਬੀ ਜ਼ਬਾਨ ਉਹ ਤੇਗ ਹੈ ਜਿਸ ਨੂੰ ਤੁਸੀਂ ਹੋਰ ਤਿੱਖੀ ਨਹੀਂ ਕਰ ਸਕਦੇ ਹੋ। 9ਵੀਂ ਕਿਤਾਬ ਹੈ। ਮੈਂ ਕਾਹਲੀ ਦੇ ਵਿੱਚ ਹਾਂ। ਮੇਰਾ ਸਮਾਂ ਖਤਮ ਹੋਣ ਵਾਲਾ ਹੈ। ਪਤਾ ਹੈ ਨਿੱਕੀ ਹੋ ਗਿਆ। ਪਤਾ ਨਹੀਂ ਕੀ ਹੋ ਗਿਆ ਹੋਵੇ, ਕਿਉਂਕਿ ਗੁੜੀਆ ਆਉਂਦੀ ਦਿਸ ਗਈ। ਕਿੰਨਾ ਅਫਸੋਸਜਨਕ ਹੈ ਵਕਤ ਤੁਹਾਨੂੰ ਅਤੇ ਮੈਨੂੰ ਇੱਕੋ ਸੋਟੀ ਦੇ ਨਾਲ ਹੱਕੀ ਜਾਂਦਾ ਹੈ। ਕਿੰਨਾ ਅਫਸੋਸਜਨਕ ਹੈ ਵਕਤ ਤੁਹਾਨੂੰ ਤੇ ਮੈਨੂੰ ਇੱਕੋ ਸੋਟੀ ਨਾਲ ਹੱਕੀ ਜਾਂਦਾ ਹੈ। ਇਤਿਹਾਸਕ ਕਰਮ ਨਿਰਪੇਖ ਹੋਣ ਦੀ ਥਾਂ ਸਾਪੇਖ ਹੁੰਦਾ ਹੈ। ਮੇਰੇ ਉੱਤੇ ਆਇਨਸਟਾਈਨ ਦੇ ਜਿਹੜੇ ਸਾਪੇਖਤਾ ਸਿਧਾਂਤ ਲਾਗੂ ਨਹੀਂ ਹੋਣੇ ਚਾਹੀਦੇ ਨੇ। ਅਨੰਤ ਹੋਣਾ ਚਾਹੀਦਾ ਹੈ, ਪਰ ਅਜਿਹਾ ਹੋਣਾ ਨਹੀਂ। ਇਸ ਦੇ ਲਈ ਮੈਂ ਕਾਲ ਦੇ ਵਿੱਚ ਹਾਂ। ਤੁਹਾਨੂੰ ਪਤਾ ਹੈ ਜਦੋਂ ਮੈਂ ਜਲਦਬਾਜ਼ੀ ਕਰਦਾ ਹੋਵਾਂ ਨਾ, ਉਦੋਂ ਮੈਂ ਬੜੇ ਆਰਾਮ ਦੇ ਵਿੱਚ ਹੁੰਦਾ ਹੈ। 9ਵਾਂ ਸ਼ਾਇਰ ਹੈ, ਗਾਇਕ ਹੈ, ਨ੍ਰਿਤਕਾਰ ਹੈ, ਪਰ ਹੈ ਵੱਖਰੀ ਤਰ੍ਹਾਂ ਦਾ। ਇਹ ਹੈ ਸ਼ਿਵ ਦੀ ਕਿਤਾਬ ਵਿਗਿਆਨ ਭੈਰਵ ਤੰਤਰ। ਇਸ ਬਾਰੇ ਗੱਲਾਂ ਕੀਤੀਆਂ ਹਨ ਮੈਂ। ਛੋਟੇ ਆਕਾਰ ਦੀ ਕਿਤਾਬ ਹੈ, 120 ਸੂਤਰਾਂ ਦੀ, ਜਾਣੀ ਕਿ 120 ਪੰਨਿਆਂ ਦੀ। ਇੱਕ ਪੰਨੇ 'ਤੇ ਲਿਖੀ ਜਾ ਸਕਦੀ ਹੈ। ਹੱਦ 2 ਪੰਨੇ ਹੋ ਜਾਣਗੇ, ਜਾਣੀ ਕਿ ਛੋਟੇ ਛੋਟੇ ਪੈਰੇ ਹੋਣਗੇ ਅਤੇ ਜਿਸ ਦੇ ਵਿੱਚ ਸੂਤਰਾਂ ਨੂੰ ਸੂਤਰ ਕਿਹਾ ਜਾਂਦਾ ਉਹਨਾਂ ਨੂੰ। ਮੈਂ ਹਜ਼ਾਰਾਂ ਪੰਨਿਆਂ ਦੇ ਵਿਖਿਆਨ ਦੇ ਚੁੱਕਿਆ। ਇਸ ਦੇ ਉੱਪਰ 5 ਜਿਲਦਾਂ ਬਣ ਗਈਆਂ। ਨਾਮ ਰੱਖਿਆ ਹੈ ਰਹੱਸਾਂ ਦੀ ਕਿਤਾਬ। ਸ਼ਿਵ ਦੀ ਕਿਤਾਬ ਜਿੰਨੀ ਸੰਘਣੀ ਗੂੜੀ ਕੋਈ ਹੋਰ ਕਿਤਾਬ ਹੋਏਗੀ ਕਹਿ ਨਹੀਂ ਸਕਦਾ ਮੈਂ। ਹਰੇਕ ਸੂਤਰ ਆਪਣੇ ਆਪ ਦੇ ਵਿੱਚ ਸੰਪੂਰਨ ਵਿਉਂਤਬੰਦੀ ਹੈ ਅਤੇ ਵਿਲੱਖਣ ਗੱਲ ਹੈ। ਵਿਘਨ ਨਾ ਪਾ ਦੇਵਗੀਤ, ਮੈਨੂੰ ਕੰਮ ਨਿਬੇੜਨ ਦੇ। ਕੁਰਸੀ 'ਤੇ ਬੈਠੇ ਬੰਦੇ ਨੂੰ ਮਰੀਜ਼ ਕਹਿੰਦੇ ਨੇ। ਡਾਕਟਰਾਂ ਨੂੰ ਕਹੋ ਧੀਰਜ ਰੱਖਣ। ਤੂੰ ਡਾਕਟਰ ਨਹੀਂ ਆਸ਼ੂ, ਸੋ ਠੰਡ ਰੱਖ। ਕੋਈ ਔਰਤ ਫਿਕਰਮੰਦ ਨਹੀਂ ਹੁੰਦੀ ਹੈ, ਇਹ ਵੱਖਰੀ ਗੱਲ ਹੈ। ਉਸ ਕਰਕੇ ਦੂਜੇ ਫਿਕਰਮੰਦ ਹੋ ਜਾਂਦੇ ਨੇ। ਦੇਖੋ ਗੁੜੀਆ ਹੱਸ ਰਹੀ ਹੈ ਅਤੇ ਅੰਗਰੇਜ਼ ਔਰਤਾਂ ਇਉਂ ਕਰਿਆ ਨਹੀਂ ਕਰਦੀਆਂ ਨੇ। ਅੱਛਾ, ਹਾਸਾ ਹਮੇਸ਼ਾ ਗੁਣਕਾਰੀ ਹੁੰਦਾ। ਮੈਨੂੰ ਚੰਗਾ ਲੱਗਦਾ ਅਤੇ ਹੱਸੋ ਭਾਵੇਂ ਰੋਵੋ, ਮੈਂ ਆਪਣਾ ਕੰਮ ਕਰਨਾ ਹੈ। ਕੁਰਸੀ 'ਤੇ ਬੈਠੇ ਬੰਦੇ ਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਵਾਸਤਾ ਹੀ ਨਹੀਂ ਹੈ। ਮੈਂ ਚਟਾਨ ਜਿੰਨਾ ਸਖਤ ਅਤੇ ਕਵਲ ਜਿੰਨਾ ਨਰਮ ਹਾਂ। ਮੈਂ ਦੋਵੇਂ ਹਾਂ। ਗੱਲ ਹੋਰ ਸਾਫ਼ ਕਰਦਿਆਂ, ਪਹਿਲਾਂ ਮੈਂ ਚਟਾਨ ਹਾਂ ਜਿਸ ਦੇ ਨਾਲ ਤੁਹਾਡੀ ਖੋਪੜੀ ਤੋੜਦਿਆਂ। ਤੁਹਾਡੇ ਲਈ ਕਵਲ ਨਹੀਂ ਹਾਂ ਮੈਂ, ਪਰ ਜੋ ਤੁਸੀਂ ਕਰ ਰਹੇ ਹੋ ਵਧੀਆ ਹੈ। 10ਵੀਂ ਕਿਤਾਬ ਹੈ ਉਮਾ ਸਵਾਤੀ ਦੀ। ਇਸ ਬਾਰੇ ਗੱਲ ਕਰਨ ਦੇ ਲਈ ਹਮੇਸ਼ਾ ਸੋਚਦਾ ਰਿਹਾ। ਉਮਾ ਸਵਾਤੀ ਗੂੜ ਹੈ ਪਰ ਖੁਸ਼ਕ। ਜਿੰਨੇ ਇਸ ਵੇਲੇ ਮੇਰੇ ਹੋਠ ਨਮੀ ਦੀ ਗੈਰ ਹਾਜ਼ਰੀ ਕਾਰਨ ਖੁਸ਼ਕ ਨੇ ਨਾ, ਉਸਨੇ ਅਨੰਤ ਸੱਚ ਦੀ ਸਹੀ ਪਰ ਖੁਸ਼ਕ ਵਿਆਖਿਆ ਕੀਤੀ ਹੈ। ਉਸ ਦੀ ਕਿਤਾਬ ਦਾ ਨਾਮ ਹੈ ਤੱਤ ਸੂਤਰ। ਤੱਤ ਮਾਇਨੇ ਅਨੰਤ ਸੱਤ, ਜਾਣੀ ਕਿ ਸੱਚ ਮਤਲਬ ਖੁੱਲ੍ਹਿਆ ਹੋਇਆ ਸੱਚ ਜੋ ਸਾਡੇ ਬਿਲਕੁਲ ਸਾਹਮਣੇ ਹੈ। ਉਹ ਇਹ ਹੈ ਅਤੇ ਜੋ ਅਪਰੰਪਾਰ ਹੈ ਉਸ ਨੂੰ ਉਹ ਕਿਹਾ ਜਾਂਦਾ ਹੈ। ਅੰਗਰੇਜ਼ੀ ਦੇ ਵਿੱਚ ਇਹ ਦਿਸ ਅਤੇ ਦੈਟ ਹਨ। ਰੋਲਾ ਨਾ ਪਾ ਦੇਵਗੀਤ, ਮੈਨੂੰ ਪਤਾ ਹੈ ਆਪਣੀ ਜਿਹੜੀ ਮਨੀਸ਼ਰੀ ਬਾਬਤ ਤੂੰ ਬੜਾ ਜਾਣਕਾਰ ਹੈ। ਮੈਨੂੰ ਤੇਰੀ ਚੇਤਨਾ ਦਾ ਪਤਾ ਹੈ। ਇਹੋ ਅਸਲੀ ਮਸਲਾ ਹੈ। ਤੱਤ ਸੂਤਰ ਸੋਹਣੀ ਹੈ। ਮੈਂ ਇਸ ਬਾਰੇ ਗੱਲਾਂ ਕਰਨੀਆਂ ਸਨ ਪਰ ਬਾਰ-ਬਾਰ ਮੁਲਤਵੀ ਕਰਦਾ ਗਿਆ। ਕੁੰਡ ਦੇ ਸਮਿਆਂ ਦੇ ਸਾਰ ਵਾਂਗ ਇਹ ਬਹੁਤ ਹੀ ਗਣਿਤਵਾਚਕ ਹੈ ਅਤੇ ਸਾਰੇ ਜੈਨੀ ਸਾਧੂ ਇਸੇ ਤਰ੍ਹਾਂ ਦੇ ਹਨ, ਖੁਸ਼ਕ ਸਿਰੇ ਦੇ ਬੇਰਸ। ਲక్ష్ਮੀ ਨੇ ਆਪਣਾ ਟਿਕਾਣਾ ਜਿਹੜਾ ਬਣਾਉਣ ਦੇ ਲਈ ਕੱਛ ਦਾ ਪਹਾੜੀ ਥਾਂ ਚੁਣਿਆ ਅਤੇ ਮਹਾਵੀਰ ਕੁੰਡ ਉਮਾ ਸਵਾਤੀ ਕੱਛ ਦੇ ਵਿੱਚ ਰਹਿਣਾ ਪਸੰਦ ਕਰਨ। ਕਿਹਾ ਬਦਕਿਸਮਤ ਹਾਂ, ਮੈਂ ਹਮੇਸ਼ਾ ਹਿਮਾਲਾ ਦੇ ਵਿੱਚ ਰਹਿਣਾ ਚਾਹਿਆ, ਪਰ ਇਹਨਾਂ ਲੋਕਾਂ ਸਦਕਾ ਪਹਾੜਾਂ ਦੇ ਵਿੱਚ ਰਹਿਣ ਦਾ ਲਾਲਚ ਤਿਆਗਣਾ ਪੈ ਗਿਆ। ਬੋਧੀ ਧਰਮ, ਬਾਸ਼ੋ, ਉਮਰ ਖਿਆਮ, ਖਲੀਲ ਜਿਬਰਾਨ,
ਮਿਖਾਇਲ ਨਿਆਮੀ ਦੇ ਨਾਲ ਇਉਂ ਨਹੀਂ ਹੋਇਆ। ਇਸ ਦੇ ਵਿੱਚ ਭੇਦ ਹੋਵੇਗਾ ਕੋਈ। ਮੈਨੂੰ ਆਪਣਾ ਟਿਕਾਣਾ ਹਿਮਾਲਾ ਜਿਹਾ ਸੋਹਣਾ ਬਣਾਉਣਾ ਪਏਗਾ। ਜ਼ਿਕਰ ਆਇਆ ਖਲੀਲ ਜਿਬਰਾਨ ਤੇ ਮਿਖਾਇਲ ਨਿਆਮੀ ਦਾ। ਪਿੱਛੇ ਜੇ ਆਪਾਂ ਇਹ ਕਿਤਾਬ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਲਿਬਨਾਨ ਦੀਆਂ, ਜਿਹੜਾ ਇੱਕ ਬਹੁਤ ਹੀ ਖਾਸ ਵਿਅਕਤੀ ਹੋਇਆ ਹੈ ਤੇ ਅਮਰੀਕਾ ਦੇ ਵਿੱਚ ਵੀ ਰਿਹਾ ਉਹ। ਮੰਨ ਜਾਓ ਮੇਰੀ ਗੱਲ, ਜਿੱਥੇ ਮੈਂ ਹਾਂ ਉਹੀ ਥਾਂ ਤੂੰ ਦੁਨੀਆ ਦੀ ਸਭ ਤੋਂ ਸੋਹਣੀ ਜਗ੍ਹਾ ਬਣ ਜਾਏਗੀ। ਸ਼ਰਤ ਲਾ ਲਓ ਜੋ ਮਰਜ਼ੀ ਹੋਵੇ। 11ਵੀਂ ਗੱਲ ਆਉਂਦੀ ਹੈ ਆਖਰੀ ਕਿਤਾਬ, ਮਤਲਬ ਕਿ ਅੱਜ ਦੀ ਆਖਰੀ। ਕੱਲ੍ਹ ਕਿਸ ਨੇ ਦੇਖਿਆ ਕੋਈ ਪਤਾ ਨਹੀਂ। ਆਖਰੀ ਚੀਜ਼ ਇੰਨੀ ਸੋਹਣੀ ਹੋਇਆ ਕਰਦੀ ਹੈ ਕਿ ਮੈਂ ਸੱਚਮੁੱਚ ਸਿਆਣਾ ਹੋਵਾਂਗਾ। ਜੇ ਇਸ ਨੂੰ ਭੁੱਲ ਗਿਆ, ਸਾਵਧਾਨ। ਮੈਂ ਮੂਰਖ ਨਹੀਂ ਕਿਹਾ, ਸਾਵਧਾਨ ਕਿਹਾ, ਮੂਰਖ ਨਹੀਂ। ਮੈਂ ਆਪਣੇ ਆਪ ਨੂੰ ਸਿਆਣਾ ਕਿਹਾ। ਇਸ ਨੂੰ ਭੁਲਾ ਕੇ ਮੈਂ ਸਿਆਣਪ ਕੀਤੀ ਹੈ। ਜੇ ਮੈਂ ਕਾਫੀ ਮੂਰਖ ਹੁੰਦਾ ਤਾਂ ਭੁਲਾ ਦੇਣਾ ਅਸੰਭਵ ਹੁੰਦਾ ਮੇਰੇ ਲਈ। ਫਿਰ ਤਾਂ ਸਭ ਤੋਂ ਪਹਿਲਾਂ ਇਹੋ ਯਾਦ ਆਉਂਦੀ ਨਾ ਕਿ ਆਖਰ ਦੇ ਵਿੱਚ ਇਨ ਨੈਰੋਪਾ ਦਾ ਗੀਤ ਹੈ। ਇਸ ਬਾਰੇ ਮੈਂ ਕਦੇ ਗੱਲ ਨਹੀਂ ਕੀਤੀ ਕਿਉਂਕਿ ਗੱਲ ਹੋ ਸਕਦੀ ਹੈ ਇਸ 'ਤੇ ਸੋਚਿਆ ਹੀ ਨਹੀਂ ਹੋ ਸਕਦੀ। ਮੇਰੇ ਦਿਲ ਦੇ ਵਿੱਚ ਇਸ ਦਾ ਖਿਆਲ ਰਿਹਾ ਜ਼ਰੂਰ ਹੈ। ਇੰਨਾ ਕੋਈ ਕਹਿ ਦਿਆਂ ਕਿ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹ ਇਸ ਕਿਤਾਬ ਨੂੰ ਲੱਭਣ, ਨੈਰੋਪਾ ਦੀ ਸ਼ਾਇਰੀ, ਗੀਤ, ਨਾਚ ਲੱਭਣ। ਮੇਰੀ ਜਾਇਦਾਦ ਵੀ ਇਹੋ ਹੀ ਹੈ। ਓਮ ਮਣੀ ਪਦਮੇ ਹੁਮ ਕਵਲ ਦੇ ਵਿੱਚ ਨਗ ਸ਼ੁਕਰਾਨਾ ਆਨੰਦ ਮੰਗਲ ਅਧਿਆਏ ਅਗਲਾ ਸ਼ੁਰੂ ਹੁੰਦਾ ਹੈ। ਅਤੇ ਇਸੇ ਤਰ੍ਹਾਂ ਹੀ ਇੱਥੇ ਆਪਾਂ ਸਮੇਟਦੇ ਹਾਂ ਇਸ ਗੱਲਬਾਤ ਨੂੰ। ਅਗਲੇ ਹਫ਼ਤੇ ਆਪਾਂ ਜ਼ਰੂਰ ਮੰਗਲਵਾਰ ਨੂੰ ਇਸ ਗੱਲਬਾਤ ਦਾ ਜ਼ਿਕਰ ਅੱਗੇ ਵੀ ਕਰਾਂਗੇ। ਅਤੇ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਚੁੱਪ ਚਪੀਤੇ ਜਿਨ੍ਹਾਂ ਨੇ ਸੁਣਿਆ ਹੈ ਅਤੇ ਨਾਲ ਦੀ ਨਾਲ ਪ੍ਰੋਗਰਾਮ ਨੂੰ ਲਾਈਕ ਕੀਤਾ, ਜੁਆਇਨ ਕੀਤਾ, ਪਸੰਦ ਕੀਤਾ, ਸ਼ੇਅਰ ਕੀਤਾ। ਅਤੇ YouTube ਅਤੇ Facebook ਦੇ ਉੱਤੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਜਿਨ੍ਹਾਂ ਦੋਸਤਾਂ ਨੇ ਅਜੇ ਤਾਈਂ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ YouTube ਨੂੰ, ਉਹ ਜ਼ਰੂਰ ਕਰ ਸਕਦੇ ਨੇ। ਮੈਂ ਇੱਥੇ ਹੁਣ ਪਹਿਲੇ ਨਾ ਗਿਆ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ।